ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਘਰ ਛੇਵਾ। ਆਸ਼ਟਪਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤੇਹ ਤੇਹ ਉਰਝਾਇਓ। ਮਾਨਸ ਜਨਮ ਸੰਜੋਗ ਪਾਇਆ। ਤਾਕੀ ਹੈ ਓਟ ਸਾਧ। ਰਾਖੋ ਦੇ ਕਰ ਹਾਥ। ਕਰ ਕਿਰਪਾ ਮਿਲੋ ਹਰ ਰਾਇਆ। ਜੋ ਜੋ ਜੂਨੀ ਆਇਓ ਤੇਹ ਤੇਹ ਉਰਝਾਇਓ। ਮਾਨਸ ਜਨਮ ਸੰਜੋਗ ਪਾਇਆ। ਤਾਕੀ ਹੈ ਓਟ ਸਾਧ। ਰਾਖੋ ਦੇ ਕਰ ਹਾਥ। ਕਰ ਕਿਰਪਾ ਮਿਲੋ ਹਰ ਰਾਇਆ। ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ। ਕਰੋ ਸੇਵਾ ਗੁਰ ਲਾਗੋ ਚਰਨ। ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ। ਕਰੋ ਸੇਵਾ ਗੁਰ ਲਾਗੋ ਚਰਨ। ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਜੋ ਦਰਸ਼ਨ ਇਸ਼ਨਾਨ ਕਰਨ ਖੁਦ ਖੁਦਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਹੋ। ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਲੋਕਾਈ ਦੇ ਭਲੇ ਹਿਤ ਨਿਤਾ ਪ੍ਰਤੀ ਫੁਰਮਾਨ ਜਾਰੀ ਕਰਦੇ ਨੇ, ਉਸ ਪਾਵਨ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਗੁਰ ਅਰਜਨ ਪ੍ਰਤੱਖ ਹਰ ਜੀ ਦੇ ਪਾਵਨ ਅਸਥਾਨ ਉੱਪਰੋਂ ਸਰਵਣ ਕਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਘਰ ਛੇਵਾ। ਆਸ਼ਟਪਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਹ ਪਵਿੱਤਰ ਸ੍ਰੀ ਮੁਖਵਾਕ ਤਨਾਸਰੀ ਰਾਗ ਦੇ ਵਿੱਚ ਪ੍ਰਗਟ ਕਰਦੇ ਨੇ। ਰਾਗੀ ਸਿੰਘਾਂ ਦੇ ਲਈ 6ਵੇਂ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਇਹ ਅਸ਼ਟਪਦੀ ਹੈ, 8 ਪਦੇ ਨੇ ਇਸ ਪਾਵਨ ਸ਼ਬਦ ਦੇ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 686-87 ਅੰਗ ਉੱਪਰ ਇਹ ਸ਼ਬਦ ਦਰਜ ਹੈ। ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਦਾ ਪਹਿਲਾ ਪਾਤਸ਼ਾਹ ਮੰਗਲ ਕਰਦੇ ਨੇ। ਇੱਕ ਓੰਕਾਰ, ਉਹ ਪ੍ਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ। ਸਤਿਗੁਰ ਉਹ ਸੱਚ ਸਰੂਪ ਹੈ, ਅਗਿਆਨ ਦਾ ਨਾਸ਼ ਕਰਤਾ ਹੈ, ਗਿਆਨ ਬਖਸ਼ਦਾ ਹੈ। ਪ੍ਰਸਾਦ ਤੋਂ ਭਾਵ ਹੈ ਕਿਰਪਾਲੂ ਬੜਾ ਹੈ, ਸਭ ਤੇ ਦਇਆ ਕਰਦਾ ਹੈ। ਦੂਸਰਾ ਭਾਵ ਇਹ ਹੈ ਵੀ ਉਹ ਇੱਕ ਪਰਮ ਈਸ਼ਵਰ ਸਤਿਗੁਰਾਂ ਦੇ ਪ੍ਰਸਾਦ ਦੇ ਸਦਕਾ, ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ। ਜੋ ਜੋ ਜੁਨੀ ਆਇਓ ਤਿਹ ਤਿਹ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ। ਦੇਖੋ 84 ਲੱਖ ਜੂਨਾਂ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, 184 ਜੋਨ ਪਰਮਾਇਆ। ਹੁਣ ਮਹਾਰਾਜ ਕਹਿੰਦੇ ਨੇ 84 ਲੱਖ ਜੂਨਾਂ ਦੇ ਗੇੜ ਤੋਂ ਬਾਅਦ ਚੰਗੇ ਸੰਜੋਗ ਬਣੇ ਨੇ, ਤੈਨੂੰ ਮਨੁੱਖਾ ਜਾਮਾ ਮਿਲਿਆ ਹੈ। ਪਰ ਇਹ ਇਨਸਾਨ ਜਿਸ ਕਾਰਜ ਦੇ ਲਈ ਇਹ ਜਨਮ ਮਿਲਿਆ ਹੈ ਉਹਦੀ ਪੂਰਤੀ ਨਹੀਂ ਕਰਦਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਪਰਮਾਤਮਾ ਨੂੰ ਪਾਉਣਾ ਸੀ ਇਸ ਜਨਮ ਦੇ ਵਿੱਚ, ਉਹਦੇ ਗੀਤ ਗਾਉਣੇ ਸਨ, ਅਸੀਂ ਨਹੀਂ ਗਾ ਸਕੇ। ਸੰਸਾਰ ਦੇ ਵਿੱਚ ਕਹਿੰਦੇ ਜੁੜਿਆ ਰਹਿ ਗਿਆ, ਉਲਝ ਗਿਆ, ਆਪਣੀ ਮੰਜ਼ਿਲ ਛੱਡ ਦਿੱਤੀ, ਪਰਮਾਤਮਾ ਦੇ ਗੀਤ ਨਹੀਂ ਗਾਉਂਦਾ। ਅੱਗੇ ਹੁਕਮ ਕਰਦੇ ਹਨ, ਤਾਕੀ ਹੈ ਓਟ ਸਾਧ, ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ। ਦੇਖੋ ਜਦੋਂ ਜੀਵਨ ਅਜਾਈ ਜਾ ਰਿਹਾ ਹੋਵੇ, ਇਹਨੂੰ ਸਫਲਾ ਕਰਨ ਦੇ ਲਈ ਫਿਰ ਪੂਰਨ ਕਿਸੇ ਮਹਾਪੁਰਸ਼ ਦੀ ਸੰਗਤ ਜਾਣਾ ਪੈਂਦਾ ਹੈ, ਗੁਰੂ ਮੁਰਸ਼ਿਦ ਧਾਰਨਾ ਪੈਂਦਾ ਹੈ। ਉਹਦੀ ਓਟ ਵਿੱਚ ਜਾ ਕੇ ਫਿਰ ਹਸਤ ਜੋੜ ਕੇ ਨਿਮਰਤਾ ਦੇ ਨਾਲ ਬੇਨਤੀ ਕਰਨੀ ਪੈਂਦੀ ਹੈ ਵੀ ਮੇਰੇ ਸਿਰ ਤੇ ਹੱਥ ਰੱਖੋ, ਪਰਮਾਤਮਾ ਦੇ ਨਾਲ ਮੈਨੂੰ ਜੋੜੋ। ਹੈ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਤੁਹਾਡਾ ਜੋ ਨਿਰਗੁਣ ਸਰੂਪ ਪਰਮਾਤਮਾ ਹੈ, ਜੋ ਸਾਰਿਆਂ ਨੂੰ ਹਰਿਆਂ ਭਰਿਆਂ ਰੱਖਣ ਵਾਲਾ ਹੈ, ਕਿਰਪਾ ਕਰਕੇ ਮੈਨੂੰ ਮਿਲਾ ਦਿਓ, ਮੇਰੇ ਜੀਵਨ ਦਾ ਮਨੋਰਥ ਪੂਰਾ ਹੋ ਜਾਵੇ, ਮੇਰਾ ਜੀਵਨ ਸਫਲਾ ਹੋ ਜਾਵੇ। ਐਸੀ ਮੇਰੇ ਤੇ ਕਿਰਪਾ ਕਰੋ, ਮੇਰੇ ਸਿਰ ਤੇ ਹਸਤ ਰੱਖਣਾ ਕਰੋ। ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ। ਗੁਰੂ ਸਾਹਿਬ ਕਹਿੰਦੇ ਨੇ ਜਗਿਆਸੂ ਦਾ ਇਹ ਤਰਲਾ ਹੈ ਪੂਰੇ ਗੁਰੂ ਦੇ ਮੁਰਸ਼ਦ ਦੇ ਦਰ ਤੇ। ਕਈ ਜਨਮ ਪ੍ਰਾਪਤ ਹੋਏ ਨੇ, ਆਵਾ ਗਮਨ ਵਿੱਚ ਲੰਘਦੇ ਗਏ ਨੇ, ਪਰ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਾਓ ਨਹੀਂ ਮਿਲਿਆ, ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚੇ, ਸਥਿਤੀ ਨਹੀਂ ਮਿਲੀ ਸਾਨੂੰ। ਸੋ ਆਪਣਾ ਜੋ ਸਮਾਂ ਹੈ ਪਿੱਛੇ ਗੁਜ਼ਰ ਚੁੱਕਿਆ, ਉਸ ਬਾਬਤ ਦਰਸਾਉਂਦੇ ਨੇ। ਜਗਿਆਸੂ ਵੀ ਬੜੇ ਜਨਮਾਂ ਤੋਂ ਭੜਕ ਰਹੇ ਆ, ਗੱਲ ਨਹੀਂ ਬਣੀ, ਥਿਰਤਾ ਨਹੀਂ ਮਿਲੀ, ਨਿਜਾਤ ਨਹੀਂ ਮਿਲੀ, ਮੁਕਤੀ ਨਹੀਂ ਮਿਲੀ। ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਸੋ ਮਹਾਪੁਰਸ਼ਾਂ ਨੂੰ, ਸਤਿਗੁਰਾਂ ਨੂੰ ਉਹ ਜਗਿਆਸੂ ਫਿਰ ਬੇਨਤੀ ਕਰਦਾ ਹੈ, ਮੈਨੂੰ ਆਪਣੇ ਦਰ ਦੀ ਸੇਵਾ ਬਖਸ਼ ਦਿਓ ਔਰ ਮੇਰੀ ਸੇਵਾ ਤੇ ਪ੍ਰਸੰਨ ਹੋ ਕਰਕੇ ਜੋ ਤੁਹਾਡਾ ਨਿਰਗੁਣ ਸਰੂਪ ਹੈ, ਪਰਮਾਤਮਾ ਹੈ, ਉਹਦੇ ਵੱਲ ਨੂੰ ਜਿਹੜਾ ਰਸਤਾ ਜਾਂਦਾ ਹੈ ਉਹਦੀ ਖਬਰ ਮੈਨੂੰ ਬਖਸ਼ ਦਿਓ, ਮੈਨੂੰ ਉਹ ਰਸਤਾ ਸੁਝਾ ਦਿਓ। ਤੁਹਾਡੇ ਅੱਗੇ ਮੇਰੀ ਬੇਨਤੀ ਹੈ, ਤੁਹਾਡੀ ਮੁੱਠੀ ਚਾਪੀ ਕਰਾਂਗਾ,
ਮੈਨੂੰ ਰਸਤਾ ਦਰਸਾਓ ਪ੍ਰਮਾਤਮਾ ਗੋਬਿੰਦ, ਧਰਤੀ ਦਾ ਪਾਲਕ, ਜੋ ਕਾਇਨਾਤ ਦਾ ਕੇਂਦਰ ਬਿੰਦੂ ਹੈ, ਕਿਵੇਂ ਪ੍ਰਾਪਤ ਹੁੰਦਾ ਹੈ। ਰਹਾਉ ਅਨਿਕ ਉਪਾਵ ਕਰੋ, ਮਾਇਆ ਕੋ ਬਚਿਤ ਧਾਰੋ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ। ਗੁਰਾਂ ਨੂੰ ਫਿਰ ਬੇਨਤੀ ਕਰ ਰਿਹਾ ਇੱਕ ਜਗਿਆਸੂ, ਮੈਂ ਇਹ ਸਾਰਾ ਜੀਵਨ ਮਾਇਆ ਦੀ ਪ੍ਰਾਪਤੀ ਦੇ ਉਪਾਅ ਕਰਦਾ ਰਿਹਾ ਹਾਂ। ਉਪਾਅ ਕਰਨਾ ਸੀ ਪਰਮਾਤਮਾ ਦੀ ਪ੍ਰਾਪਤੀ ਦਾ, ਨਿਰੰਕਾਰ ਦੀ ਪ੍ਰਾਪਤੀ ਦਾ, ਉਹ ਯਤਨ ਨਾ ਕਰ ਸਕਿਆ। ਉਸ ਦੀ ਬਣਾਈ ਮਾਇਆ ਵਿੱਚ ਖਚਿਤ ਹੋ ਗਿਆ। ਔਰ ਮਹਾਰਾਜ, ਮੇਰੀ ਇਹ ਆਦਤ ਹੈ, ਜੋ ਮੇਰਾ ਹੈ, ਜੋ ਸਦੀਵੀ ਨਾਲ ਹੈ, ਮੇਰੇ 'ਚ ਸਮਾਇਆ ਹੈ, ਉਹਨੂੰ ਪਰਾਇਆ ਕਰ ਦਿੱਤਾ ਪਰਮਾਤਮਾ ਨੂੰ। ਔਰ ਜੋ ਨਾਲ ਜਾਣ ਵਾਲੀ ਨਹੀਂ ਹੈ ਮਾਇਆ, ਉਸ ਨੂੰ ਮੇਰਾ ਮੇਰਾ ਕਰਦਿਆਂ ਇਹ ਸਾਰਾ ਜੀਵਨ ਗੁਜ਼ਰਦਾ ਜਾ ਰਿਹਾ ਹੈ, ਰੋਗਾਂ ਸੋਗਾਂ ਵਿੱਚ ਬਤੀਤ ਹੁੰਦਾ ਜਾ ਰਿਹਾ ਹੈ। ਕੋਈ ਐਸੁਰ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਠਾਕੁਰ ਸਿਉ ਮੇਰਾ ਰੰਗ ਲਾਵੈ। ਸੋ ਜਗਿਆਸੂ ਦਾ ਇਹ ਫੁਰਨਾ ਸਦਾ ਹੀ ਬਣਿਆ ਰਹਿੰਦਾ ਹੈ ਵੀ ਮੈਨੂੰ ਕੋਈ ਮਹਾਪੁਰਸ਼ ਮਿਲੇ, ਮਹਾਤਮਾ ਮਿਲੇ, ਗੁਰੂ ਪੀਰ ਮਿਲੇ। ਮੇਰੇ ਜੀਵਨ ਵਿੱਚ ਜਿਤਨੇ ਵੀ ਸੋਗ ਨੇ, ਚਿੰਤਾਵਾਂ ਨੇ, ਜੋ ਵੀ ਡਿਪਰੈਸ਼ਨ ਹੈ, ਉਹ ਮੇਰਾ ਮਿਟਾ ਦਵੇ। ਜਿਤਨੀਆਂ ਵੀ ਚਿੰਤਾਵਾਂ ਨੇ, ਦੁੱਖੜੇ ਨੇ, ਮੇਰੇ ਕੱਟ ਦਵੇ। ਔਰ ਠਾਕੁਰ ਜੋ ਹੈ, ਪਰਮੇਸ਼ਵਰ ਜੋ ਹੈ, ਮੇਰਾ ਉਹਦੇ ਨਾਲ ਰੰਗ ਲਾ ਦਵੇ। ਇੱਥੇ ਰੰਗ ਤੋਂ ਭਾਵ ਹੈ ਪ੍ਰੇਮ। ਜਿਵੇਂ ਉਹ ਮਹਾਪੁਰਸ਼ ਮਹਾਤਮਾ ਆਪ ਪਰਮਾਤਮਾ ਦੇ ਨਾਲ ਪ੍ਰੇਮ ਕਰਦਾ ਹੈ ਨਾ, ਕਹਿੰਦੇ ਵੈਸੀ ਹੀ ਲਗਨ ਸਾਡੇ ਜ਼ਿਹਨ ਵਿੱਚ ਵੀ ਪਰਮਾਤਮਾ ਦੇ ਪ੍ਰਤੀ ਪ੍ਰਗਟ ਕਰ ਦੇਵੇ। ਐਸੀ ਮੇਰੇ ਤੇ ਕਿਰਪਾ ਕਰਨੀ ਕਰੇ। ਪੜੇ ਰੇ ਸਗਲ ਵੇਦ, ਨਹਿ ਚੂਕੈ ਮਨ ਭੇਦ, ਇਕ ਖਿਨ ਨਾ ਧੀ ਰਹੇ ਮੇਰੇ ਘਰ ਕੇ ਪੰਚਾ। ਹੁਣ ਇੱਥੇ ਗੱਲ ਸਮਝਣ ਵਾਲੀ ਹੈ। ਕਹਿੰਦੇ ਥਰੈਟੀਕਲੀ ਬੜਾ ਪੜ੍ਹਿਆ ਮੈਂ ਧਾਰਮਿਕ ਗ੍ਰੰਥ ਪੜ੍ਹੇ ਨੇ, ਵੇਦ ਪੜ੍ਹੇ ਨੇ, ਪਰ ਪ੍ਰੈਕਟੀਕਲੀ ਮੈਂ ਜੀਵਨ ਵਿੱਚ ਨਹੀਂ ਢਾਲ ਸਕਿਆ। ਇਹ ਗੱਲ ਸਿੱਖਾਂ ਨੂੰ ਸਮਝਣੀ ਚਾਹੀਦੀ ਹੈ। ਕਈ ਵਾਰ ਆਖਣਗੇ ਲੈ ਸਾਧੂਆਂ ਦੀ ਸੰਗਤ ਨਾਲ ਕੀ ਹੋਵੇਗਾ, ਆਪ ਬਾਣੀ ਪੜ੍ਹਦੇ ਹਾਂ ਅਸੀਂ। ਚੰਗੀ ਗੱਲ ਹੈ, ਤੁਸੀਂ ਬਾਣੀ ਪੜ੍ਹਦੇ ਹੋ। ਤੁਹਾਡਾ ਕਾਕਾ 5 ਸਾਲ MBBS ਚ ਲਾਉਂਦਾ ਹੈ, ਕੋਈ ਕਿਤਾਬ ਨਹੀਂ ਛੱਡੀ ਉਹਨੇ, ਪੜ੍ਹ ਕੇ ਡਾਕਟਰ ਬਣਨਾ ਚਾਹੁੰਦਾ ਹੈ। ਪਰ ਜੇ ਤੁਸੀਂ ਆਖੋ ਵੀ ਥਰੈਟੀਕਲੀ 5 ਸਾਲ ਪੜ੍ਹਾਈ ਕਰਕੇ, ਕਿਤਾਬਾਂ ਪੜ੍ਹ ਕੇ ਉਹ ਡਾਕਟਰ ਲੱਗ ਗਿਆ, ਇੱਦਾਂ ਨਹੀਂ ਹੋਵੇਗਾ। ਪੜ੍ਹਾਈ ਤੋਂ ਬਾਅਦ ਇੰਟਰਨਸ਼ਿਪ ਲੱਗੇਗੀ। 6 ਮਹੀਨੇ ਕਿਸੇ ਹੌਸਪੀਟਲ ਵਿੱਚ ਸੀਨੀਅਰ ਡਾਕਟਰ ਦੇ ਨਾਲ ਚੀਰ ਫੜ ਕਰਨੀ ਸਿੱਖਣੀ ਪੈਣੀ ਹੈ, ਪ੍ਰੈਕਟੀਕਲ ਕਰਨਾ ਪੈਣਾ ਹੈ। ਬਾਣੀ ਪੜ੍ਹਨੀ ਲਾਭਦਾਇਕ ਹੈ, ਪੜ੍ਹੋ। ਪਰ ਜਿਸ ਮਹਾਪੁਰਸ਼ ਨੇ ਪ੍ਰੈਕਟੀਕਲੀ ਜੀਵਨ ਵਿੱਚ ਬਾਣੀ ਨੂੰ ਢਾਲਿਆ ਏ, ਜਿੰਨਾ ਚਿਰ ਉਹਦੇ ਨਾਲ ਬਹਿ ਕੇ ਚੌਂਕੜਾ ਨਾ ਲਾਇਆ, ਪ੍ਰਾਪਤੀ ਨਹੀਂ ਹੈ। ਇੱਥੇ ਇਹ ਸਮਝਾਇਆ ਗਿਆ ਵੀ ਬੜੇ ਧਾਰਮਿਕ ਗ੍ਰੰਥ ਪੜ੍ਹੇ, ਵੇਦ ਪੜ੍ਹੇ, ਪਰ ਐ ਪਰਮ ਈਸ਼ਵਰ ਤੇਰੇ ਤੇ ਮੇਰੇ ਦਰਮਿਆਨ ਜਿਹੜਾ ਭੇਦ ਸੀ ਉਹ ਫਿਰ ਵੀ ਨਾ ਮਿਟਿਆ। ਧਾਰਮਿਕ ਗ੍ਰੰਥ ਪੜ੍ਹੇ ਸੀ ਤੇਰੀ ਪ੍ਰਾਪਤੀ ਲਈ, ਪਰ ਕਹਿੰਦੇ ਕੁਝ ਵੀ ਪ੍ਰਾਪਤ ਨਾ ਹੋਇਆ। ਪਰ ਦੂਸਰੀ ਮੁਸ਼ਕਲ ਇਹ ਹੈ, ਧਾਰਮਿਕ ਗ੍ਰੰਥਾਂ ਨੂੰ ਪੜ੍ਹ ਤੇ ਲਿਆ, ਪਰ ਇੱਕ ਪਲ ਲਈ ਵੀ ਮਨ ਨਾ ਟਿਕਿਆ, ਇੰਦਰੇ ਕਾਬੂ ਵਿੱਚ ਨਾ ਰਹੇ। ਇੱਕ ਛਿਨ ਵੀ ਮਨ ਧੀਰਜ ਨਹੀਂ ਧਾਰਦਾ, ਟਿਕਾ ਨਹੀਂ ਹੁੰਦਾ। ਕਿਵੇਂ ਟਿਕੇਗਾ? ਜਦੋਂ ਕਿਸੇ ਟਿਕੇ ਹੋਏ ਰੱਬ ਦੇ ਪਿਆਰੇ ਨਾਲ ਚੌਂਕੜਾ ਲਾ ਕੇ ਬੈਠਾਂਗੇ। ਸੰਗਤ ਦੀ ਇਹੀ ਮਹਾਨਤਾ ਹੈ। ਸੋ ਧਾਰਮਿਕ ਗ੍ਰੰਥ ਨਿੜੇ ਪੜ੍ਹ ਲੈਣੇ, ਇਹਦੇ ਨਾਲ ਨਿਜਾਤ ਨਹੀਂ ਮਿਲਦੀ। ਕੋਈ ਐਸੁਰੀ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ।
ਸੋ ਧਾਰਮਿਕ ਗ੍ਰੰਥ ਪੜ੍ਹ ਕੇ ਵੀ ਮੈਨੂੰ ਇਹ ਸਮਝ ਪਈ ਵੀ ਕਿਸੇ ਮਹਾਤਮਾ ਦੀ ਸ਼ਰਨ ਬੈਠਣਾ ਪਵੇਗਾ। ਐਸਾ ਕੋਈ ਮਹਾਪੁਰਸ਼ ਮਿਲੇ ਜਿਹੜਾ ਆਪ ਮਾਇਆ ਤੋਂ ਰਹਿਤ ਹੈ। ਬਾਣੀ ਕਹਿੰਦੀ ਨਾ, ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਦੋਂ ਪੂਰਾ ਲੱਭਦਾ ਨਹੀਂ ਹੈ, ਅਸੀਂ ਅਧੂਰੇ ਦੇ ਗੋਡੇ ਫੜ ਲੈਨੇ ਆ। ਉਹ ਆਪ ਮਾਇਆ ਵਿੱਚ ਗਲਤਾਨ ਹੈ ਤੇ ਤੁਹਾਨੂੰ ਨਜ਼ਾਤ ਕੀ ਦਵਾਵੇਗਾ। ਜਿਹੜਾ ਆਪ ਰੋਗੀ ਹੈ, ਤੁਹਾਨੂੰ ਰੋਗ ਕੀ ਕਰੇਗਾ। ਸੋ ਕੋਈ ਮਾਇਆ ਤੋਂ, ਵਿਕਾਰਾਂ ਤੋਂ ਰਹਿਤ ਮਹਾਤਮਾ ਮਿਲੇ। ਔਰ ਠਾਕੁਰ ਜੀ ਦਾ ਜਿਹੜਾ ਘਰ ਹੈ, ਪਰਮ ਈਸ਼ਵਰ ਦਾ ਜਿਹੜਾ ਸੱਚਖੰਡ ਹੈ, ਮੈਨੂੰ ਉਹਦੀ ਪ੍ਰਾਪਤੀ ਕਰਵਾ ਦਵੇ, ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਉਹਦੇ ਨਾਲ ਮਿਲਾ ਦਵੇ। ਸੋ ਐਸੇ ਤਰਲੇ, ਐਸੀਆਂ ਮਿੰਨਤਾਂ ਜਗਿਆਸੂ ਪਰਮੇਸ਼ਵਰ ਅੱਗੇ ਕਰਦਾ ਹੈ ਵੀ ਮੈਨੂੰ ਰੱਬ ਦਾ ਪਿਆਰਾ ਮੇਲ, ਨਾਮ ਰੂਪੀ ਅੰਮ੍ਰਿਤ ਨੂੰ ਮੇਰੇ ਅੰਦਰ ਜੋ ਸਿੰਚ ਦਵੇ, ਟਿਕਾ ਦੇਵੇ। ਸਿੰਚਣਾ ਕੀ ਹੁੰਦਾ ਹੈ? ਜਿਵੇਂ ਕਿਸੇ ਖੇਤ ਨੂੰ ਆਪਾਂ ਵਰਖਾ ਹੋਣ ਤੇ ਵੱਟਾਂ ਕਰ ਦਿੰਨੇ ਆ ਵੀ ਉਹ ਪਾਣੀ ਬਾਹਰ ਨਾ ਵਹਿ ਜਾਵੇ, ਵਿੱਚ ਟਿਕ ਜਾਵੇ। ਸੋ ਐਸੀ ਮੇਰੇ ਤੇ ਕੋਈ ਮਹਾਤਮਾ ਕਿਰਪਾ ਕਰੇ, ਮੈਂ ਨਾਮ ਤੇ ਜਪਦਾ ਹੈ, ਥਰੈਟੀਕਲੀ ਰੱਬ ਦੇ ਗੀਤ ਤੇ ਗਾਉਣਾ, ਉਹ ਅੰਦਰ ਨਹੀਂ ਟਿਕਦੇ। ਇਹ ਕੋਈ ਸਾਧੂ ਕਿਰਪਾ ਕਰੇ, ਇਹ ਜਾਚ ਆ ਜਾਵੇ ਵੀ ਨਾਮ ਕਿਵੇਂ ਸਿੰਚਣਾ ਹੈ, ਕਿਵੇਂ ਟਿਕਾਉਣਾ ਹੈ। ਜੇ ਤੇਰੇ ਤੀਰਥ ਨਾਏ, ਆਹੰ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਗੁਰੂ ਸਾਹਿਬ ਕਹਿੰਦੇ ਨੇ, ਉਹ ਜਗਿਆਸੂ ਕਹਿੰਦਾ ਹੈ, ਪਰਮਾਤਮਾ ਦੀ ਪ੍ਰਾਪਤੀ ਲਈ, ਰੋਗ ਸੋਗ ਮਿਟਾਉਣ ਦੇ ਲਈ, ਵਿਕਾਰਾਂ ਤੋਂ ਬਚਣ ਦੇ ਲਈ, ਪਾਪਾਂ ਦਾ ਖੁਰਾ ਖੋਜ ਮਿਟਾਉਣ ਦੇ ਲਈ ਤੀਰਥਾਂ ਤੇ ਜਾਣਾ ਕੀਤਾ, ਤੀਰਥਾਂ ਤੇ ਇਸ਼ਨਾਨ ਵੀ ਕੀਤਾ। ਪ੍ਰਾਪਤੀ ਤੇ ਹੋਈ ਨਾ, ਕਹਿੰਦੇ ਹੰਕਾਰ ਵੱਧ ਗਿਆ, ਤਕੱਬਰ ਉੱਚਾ ਹੋ ਗਿਆ, ਗਿਣਤੀ ਮਿਣਤੀ ਵਿੱਚ ਪੈ ਗਿਆ ਵੀ ਮੈਂ ਸਭ ਨੂੰ ਵੱਧ ਵਾਰ ਤੀਰਥ ਇਸ਼ਨਾਨ ਕੀਤਾ ਹੈ। ਕਹਿੰਦੇ ਅਹਮ ਬੁੱਧ ਵਧੀ ਹੈ, ਹੰਕਾਰ ਵਧਿਆ ਹੈ, ਹੋਰ ਮੈਨੂੰ ਤਿਲ ਮਾਤਰ ਵੀ ਪ੍ਰਾਪਤੀ ਨਹੀਂ ਹੋਈ। ਘਰ ਕਾ ਠਾਕੁਰ ਪਰਮੇਸ਼ਵਰ ਮੈਨੂੰ ਨਹੀਂ ਮਿਲਿਆ, ਜੋ ਹਿਰਦੇ ਘਰ ਵਿੱਚ ਰਹਿੰਦਾ ਹੈ, ਮੇਥੋਂ ਉਹ ਪ੍ਰਗਟ ਨਾ ਕੀਤਾ ਗਿਆ। ਨਾਲ ਇਹ ਵੀ ਭਾਵ ਲੈਂਦੇ ਨੇ ਵਿਦਵਾਨ ਵੀ ਜੇ ਤੀਰਥ ਨਹਾਇਆ, ਕੋਈ ਧਰਮ ਕਰਮ ਕੀਤਿਆਂ ਤੇਰੇ ਅੰਦਰ ਹੰਕਾਰ ਦੀ ਮੈਲ ਵੱਧ ਗਈ ਨਾ, ਤੇ ਕਹਿੰਦੇ ਇਉਂ ਸਮਝ ਲਈ ਵੀ ਪਰਮਾਤਮਾ ਤੇਰੀ ਐਸੀ ਘਾਲਣਾ ਨੂੰ ਤਿਲ ਸਮਾਨ ਵੀ ਕੁਝ ਨਹੀਂ ਸਮਝਦਾ। ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਅੱਗੇ ਹੁਕਮ ਕਰਦੇ ਨੇ, ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸ ਨਾਨੈ। ਜਗਿਆਸੂ ਪਰਮਾਤਮਾ ਨੂੰ ਬੇਨਤੀ ਕਰਦਾ ਹੈ, ਕਦੋਂ ਉਹ ਸ਼ੁਭ ਦਿਨ ਚੜੇ, ਮੈਨੂੰ ਪੂਰਨ ਸਾਧੂ ਦੀ ਸੰਗਤ ਮਿਲੇ। ਸਾਧ ਕੌਣ? ਜਿਨੇ ਮਨ ਨੂੰ ਸਾਧਿਆ ਹੈ, ਜਿਹੜਾ ਨਿਰਮਲ ਹੈ, ਇੰਦਰੇ ਜਿਹਦੇ ਪਾਕ ਨੇ, ਜਿਹਦੇ ਅੰਦਰ ਵਿਕਾਰਾਂ ਦੀ ਮੈਲ ਨਹੀਂ ਹੈ। ਕਹਿੰਦੇ ਮੈਨੂੰ ਉਹ ਸਾਧੂ ਕਦ ਮਿਲੇਗਾ? ਜਿਹਦੇ ਕੋਲ ਬੈਠਣ ਦੇ ਨਾਲ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਮੈਨੂੰ ਪਾਸ ਬਿਠਾ ਕੇ ਗਿਆਨ ਦਾ ਸੁਰਮਾ ਬਖਸ਼ ਦਵੇ। ਤੇ ਹੁਣ ਅੱਖ ਵਿੱਚ ਸੁਰਮਾ ਪਾਇਆ, ਕਹਿੰਦੇ ਨੇ ਨਾ, ਨਜ਼ਰ ਵੱਧ ਤੁਰਦੀ ਹੈ, ਦੂਰ ਤਾਂ ਹੀ ਨਜ਼ਰ ਹੀ ਆਉਂਦਾ ਹੈ। ਅਗਿਆਨ ਕਰਕੇ ਸਾਡੇ ਵਿਚਾਰ ਦੇ ਨੇਤਰ ਕਰਮ ਨਹੀਂ ਕਰ ਰਹੇ। ਕੋਈ ਸਾਧੂ ਗਿਆਨ ਦਾ ਸੁਰਮਾ ਪਾਵੇ, ਸਾਡੀ ਵਿਚਾਰ ਬੁਲੰਦ ਹੋ ਜਾਵੇ, ਉੱਚੀ ਹੋ ਜਾਵੇ, ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਵੇ, ਸਾਡਾ ਜਿਹੜਾ ਮਨ ਹੈ ਗਿਆਨ ਦੇ ਸੁਰਮੇ ਦੇ ਨਾਲ ਨਵਾਂ ਨਰੋਆ ਹੋ ਜਾਵੇ। ਸਗਲ ਅਸਰਮ ਕੀਨੇ ਮਨੁਆ ਨਹਿ ਪਤੀਨੇ, ਬਵੇਕਹੀਨ ਦੇਹੀ ਧੋਏ। ਹੁਣ ਕਹਿੰਦੇ ਮਹਾਪੁਰਸ਼ਾਂ ਦੀ ਸੰਗਤ ਤੇ ਕੀਤੀ ਨਾ, ਸ਼ਰਮ ਬੜਾ ਕੀਤਾ, ਹੱਠ ਬੜਾ ਕੀਤਾ ਵੀ ਸ਼ਾਇਦ ਹੱਠ ਕੀਤਿਆਂ
ਜਿੱਦ ਕੀਤਿਆਂ ਪਰਮਾਤਮਾ ਪ੍ਰਾਪਤ ਹੋ ਜਾਵੇਗਾ। ਪਰ ਕਹਿੰਦੇ ਕੋਈ ਪ੍ਰਾਪਤੀ ਨਹੀਂ ਹੋਈ। ਜੋ ਬ੍ਰਹਮ ਹੈ, ਪਰਮ ਈਸ਼ਵਰ ਹੈ, ਉਹ ਜੇ ਤੁਸੀਂ ਆਖੋ ਨਾ ਦਾਵਾ ਕੀਤਿਆਂ ਮਿਲ ਜਾਂਦਾ ਹੈ। ਕਹਿੰਦੇ ਸੇਵ ਨਾ ਮਿਲਿਓ, ਘਾਲ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਉਹ ਪ੍ਰੇਮ ਨਾ ਮਿਲਦਾ ਹੈ। ਕਈ ਵਾਰ ਅਸੀਂ ਕਰਮ ਕਰਦੇ ਹਾਂ, ਸੇਵਾ ਕਰਦੇ ਹਾਂ, ਭਜਨ ਕਰਦੇ ਹਾਂ, ਨਾਲ ਦਾਵਾ ਵੀ ਹੈ ਵੀ ਬੜੀ ਮੁਸ਼ੱਕਤ ਘਾਲਦੇ ਹਾਂ, ਰੱਬ ਸਾਨੂੰ ਮਿਲੇਗਾ। ਕਹਿੰਦੇ ਦਾਵਾ ਨਾ ਕਰ, ਸੇਵਾ ਕਰ, ਸਿਮਰਨ ਕਰ, ਭਜਨ ਕਰ। ਜਿੱਥੇ ਦਾਵਾ ਹੋ ਗਿਆ ਮੈਂ ਕਰਦਾ, ਮੈਂ ਇਹ ਕਰਦਾ, ਉਹ ਕਰਦਾ, ਜਿੱਥੇ ਮੈਂ ਹੈ ਉੱਥੇ ਰੱਬ ਨਹੀਂ ਜੇ ਲੱਭਦਾ। ਜਿਸ ਮਨ ਦੇ ਭਾਂਡੇ ਵਿੱਚ ਮੈਂ ਹੈ ਉੱਥੇ ਤੂੰ ਨਹੀਂ ਟਿਕੇਗਾ, ਉੱਥੇ ਅਕਾਲ ਪੁਰਖ ਨਹੀਂ ਟਿਕੇਗਾ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਇਉਂ ਸਮਝ ਲਓ ਗਿਆਨ ਤੋਂ ਹੀਣ ਹੋ ਕੇ, ਪ੍ਰੇਮ ਤੋਂ ਹੀਣੇ ਹੋ ਕੇ ਵਾਧੂ ਦੀ ਮੁਸ਼ੱਕਤ ਘਾਲੀ ਗਏ, ਵਾਧੂ ਦੇ ਕਰਮ ਧਰਮ ਕੀਤੇ, ਤੀਰਥਾਂ ਤੇ ਚੁੱਭੀਆਂ ਲਾ ਲਈਆਂ। ਪਰ ਮਹਾਰਾਜ ਇਹ ਜਿਤਨੇ ਵੀ ਕਰਮ ਕੀਤੇ ਮਨ ਨੂੰ ਤਸੱਲੀ ਨਹੀਂ ਹੈ, ਮਨ ਪਤੀਜਿਆ ਨਹੀਂ ਹੈ, ਮਨ ਪ੍ਰਸੰਨ ਨਹੀਂ ਹੈ। ਇਹ ਸਮਝ ਹੈ ਵੀ ਹਜੇ ਪ੍ਰਾਪਤੀ ਕੁਝ ਵੀ ਨਹੀਂ ਹੋਈ। ਅੰਦਰ ਖਾਤੇ ਅਸੀਂ ਜਾਣਦੇ ਹਾਂ, ਲੋਕ ਭਾਵੇਂ ਸਾਡੇ ਕਰਮ ਧਰਮ ਨੂੰ ਵੇਖ ਕੇ ਆਖਣ ਵੀ ਬੜਾ ਪਹੁੰਚਿਆ ਹੋਇਆ ਹੈ, ਪਰ ਕਹਿੰਦੇ ਕੁਝ ਵੀ ਪ੍ਰਾਪਤੀ ਨਹੀਂ ਹੋਈ। ਕੋਈ ਪਾਈਐ ਰੇ ਪੁਰਖ ਵਿਦਾਤਾ, ਪਾਰ ਬ੍ਰਹਮ ਕੈ ਰੰਗ ਰਾਤਾ। ਮੇਰੇ ਮਨ ਕੀ ਦੁਰਮਤ ਮਲ ਖੋਏ। ਆਖਣ ਲੱਗੇ, ਹੇ ਭਾਈ, ਉਹ ਜਿਹੜਾ ਪਰਮ ਪੁਰਖ ਹੈ, ਸਭ ਤੋਂ ਮਹਾਨ ਬੁਲੰਦ ਹਸਤੀ ਹੈ, ਵਿਧਾਤਾ ਹੈ, ਦੁਨੀਆ ਨੂੰ ਘੜਨ ਵਾਲਾ ਹੈ, ਵਿਧੀ ਦੇ ਨਾਲ ਜਿਸਨੇ ਦੁਨੀਆ ਦੀ ਰਚਨਾ ਕੀਤੀ ਹੈ, ਜੋ ਪੁੰਨਾ ਪਾਪਾਂ ਤੋਂ ਪਰੇ ਹੈ, ਬ੍ਰਹਮ ਤੋਂ ਪਰੇ ਹੈ, ਰਜੋ ਤਮੋ ਸਤੋ ਤੋਂ ਪਰੇ ਹੈ, ਉਹਦੇ ਰੰਗ ਵਿੱਚ ਰੰਗਿਆ ਹੋਇਆ ਜਿਹੜਾ ਮਨ ਹੈ ਨਾ, ਉਹਦੀ ਮਤ ਦੂਰ ਹੁੰਦੀ ਹੈ, ਉਹਦੀ ਮੈਂ ਦੂਰ ਹੁੰਦੀ ਹੈ, ਉਹਦੀ ਦੁਰਮਤ ਮਿਟਦੀ ਹੈ। ਵੇਖੋ ਪਰਮਾਤਮਾ ਦੇ ਗੀਤ ਗਾਉਣੇ, ਕੋਈ ਐਸਾ ਮਹਾਤਮਾ ਮਿਲ ਜਾਵੇ ਜਿਹੜਾ ਪ੍ਰੇਮ ਰੰਗ ਵਿੱਚ ਰੰਗਿਆ ਹੈ, ਜਿਹਦੀ ਸੰਗਤ ਕੀਤਿਆਂ ਮੇਰੇ ਮਨ ਦੀ ਦੁਰਮਤ ਮਿਟ ਜਾਵੇ। ਦੁਰਮਤ ਕੀ ਹੈ? ਗੁਰੂ ਤੋਂ, ਪਰਮਾਤਮਾ ਤੋਂ ਦੂਰ ਜਾਣ ਵਾਲੀ ਮਤ, ਸਾਖਤ ਬੁੱਧੀ, ਐਸੀ ਜਿਹੜੀ ਬੁੱਧੀ ਹੈ ਮੇਰੀ ਮਿਟ ਜਾਵੇ। ਕਰਮ ਧਰਮ ਜੁਗਤਾ, ਨਿਮਖ ਨਾ ਹੇਤ ਕਰਤਾ। ਗਰਭ ਗਰਭ ਪੜੈ, ਕਹੀ ਨਾ ਲਿਖੈ। ਕਹਿੰਦੇ ਨੇ ਬੜੇ ਕਰਮ ਧਰਮ ਕੀਤੇ ਨੇ, ਬੜੀਆਂ ਜੁਗਤੀਆਂ ਵਰਤੀਆਂ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ, ਪਰ ਆਖਣ ਲੱਗੇ ਮਹਾਰਾਜ ਯਤਨ ਹੀ ਸਨ। ਇੱਕ ਖਿਣ ਵੀ ਸਾਡੀ ਇਬਾਦਤ ਦੇ ਵਿੱਚੋਂ ਐਸਾ ਨਹੀਂ ਆਇਆ ਜਦੋਂ ਉਹਦੇ ਨਾਲ ਜੁੜ ਗਏ ਹੋਈਏ। ਮਨ ਟਿਕਿਆ ਹੀ ਨਹੀਂ ਹੈ ਇੱਕ ਪਲ ਦੇ ਲਈ, ਚੌਂਕੜਾ ਤੇ ਕਈ ਕਈ ਘੰਟੇ ਮਾਰਿਆ ਹੈ। ਹਾਂ, ਉਲਟਾ ਗਰਭ ਬੜਾ ਹੋਇਆ, ਹੰਕਾਰ ਬੜਾ ਹੋਇਆ ਵੀ ਮੇਰੇ ਵਰਗਾ ਕਿਸੇ ਦਾ ਚੌਂਕੜਾ ਨਹੀਂ ਹੈ, ਮੇਰੇ ਵਰਗੀ ਕਿਸੇ ਦੀ ਮੁਸ਼ੱਕਤ ਨਹੀਂ ਹੈ। ਐਵੇਂ ਇਹ ਘਾਲੀ ਹੋਈ ਮੁਸ਼ੱਕਤ ਵਿਅਰਥ ਚਲੀ ਗਈ, ਗਰਭ ਦੇ ਵਿੱਚ ਗਲਦੇ ਗਏ। ਜਿਸ ਭੇਟੀਐ ਸਫਲ ਮੂਰਤ, ਕਰੈ ਸਦਾ ਕੀਰਤ। ਗੁਰ ਪ੍ਰਸਾਦ ਕੋ ਨੇਤਰੋ ਪੇਖੈ। ਦੇਖੋ ਜੀ, ਪਰਮਾਤਮਾ ਦੀ ਸਫਲ ਮੂਰਤ ਨੇ ਗੁਰੂ ਨਾਨਕ ਸਾਹਿਬ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜਿਹੜਾ ਗੁਰੂ ਸਾਹਿਬ ਨੂੰ ਮਿਲਿਆ, ਅਕਾਲ ਪੁਰਖ ਦੀ ਸਫਲਾ ਮੂਰਤ ਨੂੰ ਮਿਲਿਆ। ਕਿਹੜੀ ਮੂਰਤ? ਜਿਹੜੀ ਸਦਾ ਹੀ ਅਕਾਲ ਪੁਰਖ ਦੀ ਕੀਰਤ ਗਾਉਂਦੀ ਹੈ, ਉਹਦੀ ਵਡਿਆਈ ਕਰਦੀ ਹੈ। ਕਹਿੰਦੇ ਪੂਰੇ ਗੁਰੂ ਨੂੰ ਮਿਲ ਕਰਕੇ ਐਸੀ ਨੇਤਰ ਪ੍ਰਾਪਤ ਹੋ ਗਏ, ਐਸੀ ਨਦਰ ਮਹਾਨ ਪ੍ਰਾਪਤ ਹੋਈ, ਉੱਚੀ ਬੁੱਧੀ ਮਿਲ ਗਈ। ਉਹ ਪਰਮਾਤਮਾ ਅੱਖਾਂ ਨਾਲ ਵੇਖ ਲਿਆ ਜਿਹੜਾ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ। ਜਿਵੇਂ ਕਹਿੰਦੇ ਨਾ, ਨਾਮੇ ਦੇਖ ਨਾਰਾਇਣ ਹਸੇ। ਲੋਕ ਕਹਿੰਦੇ ਰੱਬ ਦਿਖਦਾ ਨਹੀਂ, ਬਾਬਾ ਨਾਮਦੇਵ ਕਹਿੰਦਾ ਮੇਰੇ ਸਾਹਮਣੇ ਬਹਿ ਕੇ ਹੱਸਦਾ ਹੈ। ਸੋ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਵਰ ਨਜ਼ਰੀ ਆਉਂਦਾ ਹੈ। ਹੋਰ ਕੋਈ ਮੁਸ਼ੱਕਤ ਆਖੋ ਘਾਲੀਏ,
ਗਰਭ ਕਰੀਏ ਕਰਮ ਕਾਂਡਾਂ ਦਾ, ਗੱਲ ਨਹੀਂ ਬਣਦੀ, ਅਜਾਈ ਜਾਂਦੀ ਹੈ ਉਹ ਤਪੱਸਿਆ। ਮਨ ਹਠ ਜੋ ਕਮਾਵੇ, ਤਿਲ ਨਾ ਲਿਖੈ ਪਾਵੇ, ਬਗੁਲ ਜਿਉ ਧਿਆਨ ਲਾਵੇ, ਮਾਇਆ ਰੇ ਧਾਰੀ। ਮਹਾਰਾਜ ਕਹਿੰਦੇ ਨੇ ਕਈ ਵਾਰ ਅਸੀਂ ਜਿੱਦ ਕਰਦੇ ਹਾਂ, ਮਨ ਹਠ ਕਰਦੇ ਹਾਂ ਵੀ ਪ੍ਰਮਾਤਮਾ ਜਿੱਦ ਦੇ ਨਾਲ ਪ੍ਰਾਪਤ ਕਰਾਂਗੇ, ਕਮਾਈ ਵੀ ਅਸੀਂ ਕਰਦੇ ਹਾਂ। ਕਹਿੰਦੇ ਦੇਖੋ ਜਿੱਦ ਕੀਤੀ ਹੋਈ ਤਿਲ ਮਾਤਰ ਵੀ ਅਸਰ ਨਹੀਂ ਰੱਖਦੀ ਉਹਦੇ ਦਰ ਤੇ। ਹੁਣ ਕਹਿੰਦੇ ਸਮਾਧੀ ਤੇ ਬਗਲਾ ਵੀ ਲਾਉਂਦਾ ਹੈ, ਪਰ ਉਹਨੂੰ ਝਾਕ ਕਾਹਦੀ ਹੈ? ਮੱਛੀ ਦੀ। ਸਮਾਧੀ ਹੰਸ ਵੀ ਲਾਉਂਦਾ ਹੈ, ਉਹ ਮੋਤੀ ਚੁਗਦਾ ਹੈ। ਹੁਣ ਕਈ ਵਾਰ ਦਿਖਾਵੇ ਲਈ ਅਸੀਂ ਚੌਂਕੜਾ ਲਾ ਲੈਨੇ ਵੀ ਮੱਥਾ ਮੁੱਥਾ ਚੰਗਾ ਟਿਕ ਜਾਵੇ, ਲੋਕ ਕਦਮ ਬੋਸੀ ਕਰਨ, ਪਰ ਅੰਦਰੋਂ ਗੁਰੂ ਨਾਨਕ ਦੇ ਪ੍ਰਤੀ ਪ੍ਰੇਮ ਨਹੀਂ ਹੁੰਦਾ। ਦੇਖੋ ਜਿਹਦੇ ਅੰਦਰ ਗੁਰੂ ਨਾਨਕ ਦੇ ਪ੍ਰਤੀ ਪ੍ਰੇਮ ਹੈ ਨਾ, ਉਹਦੀ ਪੂਜਾ ਹੋਣੀ ਹੋਣੀ ਹੈ, ਕੋਈ ਦੋ ਰਹਿ ਨਹੀਂ। ਜੇ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਭਾਈ ਰੇ ਸੰਤ ਜਨਾ ਕੀ ਰੇਣ। ਜਦੋਂ ਹੰਸ ਦਾ ਸਤਕਾਰ ਬਗਲਾ ਵੇਂਦਾ ਹੈ, ਉਹ ਕਹਿੰਦਾ ਮੇਰਾ ਤੇ ਰੰਗ ਰੂਪ ਇਹਦੇ ਵਰਗਾ, ਹੁਣ ਆਪਾਂ ਵੀ ਇਹ ਖੇਡ ਪਾਉਣੀ ਹੈ, ਆਪਾਂ ਵੀ ਲੋਕਾਈ ਨੂੰ ਚਰਨਾਂ ਤੇ ਸੁੱਟਣਾ। ਫਿਰ ਉਹ ਦਿਖਾਵਾ ਕਰਦਾ ਹੈ, ਦਿਖਾਵੇ ਦੀ ਸਮਾਧੀ ਲਾਉਂਦਾ ਹੈ। ਮਹਾਰਾਜ ਕਹਿੰਦੇ ਨੇ ਜਿਹੜੇ ਸਾਧੂ ਨੇ, ਸੰਤ ਨੇ ਨਾ, ਜਿਹੜੇ ਪ੍ਰਮਾਤਮਾ ਦੇ ਪ੍ਰੇਮ ਵਿੱਚ ਭਿੱਜੇ ਹੋਏ ਨੇ, ਉਹ ਹੰਸ ਨੇ। ਉਹਨਾਂ ਦੀ ਬੜੀ ਉੱਚੀ ਸੁੱਚੀ ਮਹਾਨਤਾ ਹੈ, ਉਹਨਾਂ ਦਾ ਦੁਨੀਆ ਚ ਅਦਬ ਹੈ। ਉਹਨਾਂ ਦੀ ਰੀਸ ਕਰਕੇ ਕਈ ਆਪਣੀ ਪੂਜਾ ਪ੍ਰਤਿਸ਼ਠਾ ਲਈ ਸਮਾਧੀਆਂ ਲਾਉਂਦੇ ਨੇ। ਐਸਾ ਮਨਹਠ ਕਰਮ ਤਿਲ ਮਾਤਰ ਵੀ ਮਾਇਨੇ ਨਹੀਂ ਰੱਖਦਾ, ਉਹਨੂੰ ਪਾਖੰਡ ਪ੍ਰਵਾਨ ਨਹੀਂ ਹੈ। ਲੋਕ ਠੱਗੇ ਜਾ ਸਕਦੇ ਨੇ, ਗੁਰੂ ਨਾਨਕ ਨਹੀਂ ਠੱਗਿਆ ਜਾਂਦਾ। ਉਹ ਸਮਝਦੇ ਨੇ ਇਹ ਸਭ ਪੂਜਾ ਪ੍ਰਤਿਸ਼ਠਾ ਲਈ ਕੀਤਾ ਜਾ ਰਿਹਾ ਹੈ, ਮੇਰੇ ਪ੍ਰਤੀ ਇਹਨਾਂ ਅੰਦਰ ਪ੍ਰੇਮ ਨਹੀਂ ਹੈ। ਕੋਈ ਐਸੋ ਰੇ ਸੁਖ ਹੈ ਦਾਈ, ਪ੍ਰਭ ਕੀ ਕਥਾ ਸੁਨਾਈ, ਤਿਸ ਭੇਟੇ ਗਤ ਹੋਏ ਹਮਾਰੀ। ਕਹਿੰਦੇ ਨੇ ਕੋਈ ਸੁੱਖਾਂ ਦੇ ਸਹਿਤ ਆਨੰਦ ਵਿੱਚ ਰਹਿਣ ਵਾਲਾ ਪਰਮੇਸ਼ਰ ਦਾ ਪਿਆਰਾ ਮਿਲੇ, ਜਿਹੜਾ ਸਾਨੂੰ ਪਰਮਾਤਮਾ ਦੇ ਨਾਮ ਦੀ ਕਥਾ ਸੁਣਾਵੇ। ਔਰ ਜਦੋਂ ਉਹ ਕਥਾ ਸੁਣਾਵੇ, ਪਰਮਾਤਮਾ ਦੀ ਪ੍ਰਾਪਤੀ ਹੋਵੇ ਤੇ ਸਾਨੂੰ ਗਤ ਪ੍ਰਾਪਤ ਹੋਵੇ, ਸਾਨੂੰ ਨਜ਼ਾਤ ਮਿਲ ਜਾਵੇ, ਮੁਕਤੀ ਮਿਲ ਜਾਵੇ। ਆਈ ਵੁੱਡ ਬੀ ਇਮੈਂਸੀਪੇਟਡ, ਮੈਨੂੰ ਰੋਗਾਂ ਤੋਂ ਸੋਗਾਂ ਤੋਂ ਮੁਕਤੀ ਦਿਵਾ ਦੇਵੇ ਕੋਈ ਐਸਾ ਮਹਾਤਮਾ, ਮੈਨੂੰ ਅਕਾਲ ਪੁਰਖ ਦੀ ਕਥਾ ਸੁਣਾ ਕੇ ਉਹਦੇ ਦਿਦਾਰੇ ਕਰਵਾ ਦੇਵੇ। ਇਸ ਭੇਟੇ ਗਤ ਹੋਏ ਹਮਾਰੀ। ਐਸੇ ਸਤਪੁਰਸ਼ ਦੀ ਸੰਗਤ ਕੀਤਿਆਂ ਰੋਧੀ ਸੰਗਤ ਚੋਂ ਪਰਮੇਸ਼ਵਰ ਦੀ ਪ੍ਰਾਪਤੀ ਹੋਵੇ ਤੇ ਮੁਕਤੀ ਮਿਲ ਜਾਵੇ। ਸੋ ਪ੍ਰਸੰਨ ਗੋਪਾਲ ਰਾਏ, ਕਾਟੈ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ। ਜਦੋਂ ਪੂਰੇ ਗੁਰੂ ਦੀ ਬਾਣੀ ਨੂੰ ਪੜ੍ਹਿਆ, ਮਨ ਉਹਨਾਂ ਦੇ ਸ਼ਬਦ ਵਿੱਚ ਰੰਗਿਆ ਗਿਆ। ਜਦੋਂ ਬਾਣੀ ਦੇ ਪ੍ਰਤੀ ਰੰਗ ਪੈਦਾ ਹੋਇਆ, ਪ੍ਰੇਮ ਪੈਦਾ ਹੋਇਆ, ਪਰਮਾਤਮਾ ਪ੍ਰਸੰਨ ਹੋ ਕੇ ਸਾਨੂੰ ਮਿਲ ਪਿਆ। ਗੋਪਾਲ ਜੋ ਧਰਤੀ ਦਾ ਪਾਲਕ ਹੈ, ਉਹਨੇ ਫਿਰ ਸਾਡੇ ਜੀਵਨ ਚੋਂ ਸਾਰੇ ਹੀ ਬੰਧਨ ਕੱਟ ਦਿੱਤੇ, ਮੋਹ ਦੇ, ਮਾਇਆ ਦੇ, ਵਿਕਾਰਾਂ ਦੇ, ਰੋਗਾਂ ਦੇ, ਸੋਗਾਂ ਦੇ। ਅੱਗੇ ਹੁਕਮ ਕਰਦੇ ਹਨ, ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ। ਗੁਰੂ ਨਾਨਕ ਸਾਹਿਬ ਦੀ ਸ਼ਰਨ, ਉਹਨਾਂ ਦਾ ਨਿਰਗੁਣ ਸਰੂਪ ਪਰਮੇਸ਼ਵਰ ਸਾਨੂੰ ਮਿਲਿਆ, ਜਿਹਨੂੰ ਮਿਲਦਿਆਂ ਹੀ ਜੀਵਨ ਵਿੱਚ ਆਨੰਦ ਮਿਲਦਾ ਹੈ, ਖੇੜਾ ਰਹਿੰਦਾ ਹੈ, ਸੁਖ ਰਹਿੰਦੇ ਨੇ। ਜੋ ਗੋਬਿੰਦ ਨਿਰਭੈ ਹੈ, ਕਿਸੇ ਦਾ ਭੈ ਨਹੀਂ ਰੱਖਦਾ, ਤੇ ਜਿਹੜੇ ਨਿਰਭੈ ਨਾਲ ਜੁੜ ਗਏ ਉਹ ਵੀ ਨਿਰਭਉ ਹੋ ਗਏ। ਉਹਨਾਂ ਨੂੰ ਸੁਖ ਪ੍ਰਾਪਤ ਹੋਇਆ ਔਰ ਉਹਨਾਂ ਦੇ ਜ਼ਿਹਨ ਵਿੱਚ, ਹਿਰਦੇ ਵਿੱਚ ਪਰਮਾਤਮਾ ਦੇ ਚਰਨ ਸਦਾ ਲਈ ਰਚ ਗਏ, ਪਰੋਤੇ ਗਏ, ਇਕਮਿਕ ਹੋ ਗਏ ਹਨ ਉਹ ਪਰਮਾਤਮਾ ਨਾਲ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ
ਮਿਲੇ ਸਾਦਾ ਰਹਾਉ ਦੂਜਾ। ਅਸਲ ਦੇ ਵਿੱਚ ਕਹਿੰਦੇ ਗੁਰੂ ਦੀ ਸ਼ਰਨ ਜਾਓ, ਫਿਰ ਹੀ ਮਨੁੱਖੇ ਜਾਮੇ ਦੀ ਯਾਤਰਾ ਸਫਲ ਹੈ, ਫਿਰ ਹੀ ਮਨੁੱਖਾ ਜਾਮਾ ਫਲਦਾਇਕ ਹੈ। ਕੀ ਫਲ ਮਿਲਦਾ ਹੈ? ਪਰਮਾਤਮਾ ਦੀ ਪ੍ਰਾਪਤੀ, ਮੁਕਤੀ, ਨਜ਼ਾਤ, ਪਰਮੇਸ਼ਵਰ ਦੇ ਚਰਨਾਂ ਵਿੱਚ ਅਭੇਦਤਾ। ਸੋ ਕਹਿੰਦੇ ਮੇਰੀ ਜੀਵਨ ਯਾਤਰਾ ਪੂਰੇ ਗੁਰੂ ਦੀ ਸ਼ਰਨ ਜਾਇਆ ਸਫਲੀ ਹੋਈ। ਹੁਣ ਮੇਰਾ ਆਵਾਗਮਨ ਮਿਟ ਗਿਆ ਹੈ, ਮੈਂ 84 ਲੱਖ ਜੂਨਾਂ ਦਰਮਿਆਨ ਆਵਾਂਗਾ ਨਹੀਂ, ਤੇ ਕਰਮ ਕਰਕੇ ਫਿਰ ਮਰ ਕੇ ਕਰਮਗਤ ਭੋਗਣ ਦਰਗਾਹ ਵਿੱਚ ਜਾਵਾਂਗਾ ਨਹੀਂ। ਸੋ ਮੈਂ ਕਰਮਗਤ ਤੋਂ ਮੁਕਤ ਹੋਇਆ, ਆਵਾਗਮਨ ਮੇਰਾ ਮਿਟ ਗਿਆ। ਮਿਟੇਗਾ ਉਹਨਾਂ ਦਾ ਜਿਨ੍ਹਾਂ ਨੂੰ ਪੂਰੇ ਗੁਰੂ ਮਿਲਣਗੇ, ਗੁਰੂ ਨਾਨਕ ਸਾਹਿਬ ਦੀ ਜਿਹੜੀ ਸ਼ਰਣੀ ਆਉਣਗੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਿਹੜਾ ਲੜ ਲੱਗਣਗੇ। ਜਿਵੇਂ ਬਾਣੀ ਚਾਹੁੰਦਾ ਨਾ, ਤਹਿ ਜਨਮ ਨਾ ਮਰਨਾ, ਆਵਣ ਜਾਣਾ ਬਹੁੜ ਨਾ ਪਾਈ ਜੋਨੀ ਹੈ। ਕਹਿੰਦੇ ਨੇ ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਸ਼ ਪੁੰਨੀ ਹੈ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਜਨਮ ਮਰਨ ਤੇ ਮਿਟਦਾ ਹੀ ਹੈ, ਉਹਨਾਂ ਦੀ ਹਰ ਮੁਰਾਦ ਪੂਰੀ ਹੁੰਦੀ ਹੈ। ਉਹ ਜੂਨਾਂ ਵਿੱਚ ਨਹੀਂ ਭਰਮਦੇ, ਉਹਨਾਂ ਲਈ ਦੁੱਖ ਸੁੱਖ ਸਮ ਹੋ ਜਾਂਦੇ ਨੇ, ਜੀਵਨ ਆਨੰਦ ਦੇ ਨਾਲ ਗੁਜ਼ਰਦਾ ਹੈ। ਇੱਥੇ ਪਾਤਸ਼ਾਹ ਦੂਜਾ ਵਿਸ਼ਰਾਮ ਲਾਉਂਦੇ ਨੇ, ਰਹਾਓ ਦੂਜਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਦਾਸ ਇੱਥੇ ਸੰਕੋਚਦਾ ਹੈ, ਔਰ ਅੱਜ ਉਸ ਮਹਾਨ ਅਗੰਮੀ ਅਜ਼ਮਤਾਂ ਦੇ ਮਾਲਕ ਮਹਾਂਪੁਰਸ਼ ਬਾਬਤ ਵਿਚਾਰ ਕਰਕੇ ਤੁਹਾਡੇ ਨਾਲ ਸਾਂਝ ਪਾਉਂਦਾ ਹੈ, ਜਿਸ ਨੂੰ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਕਹਿੰਦੇ ਹੋ। ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਐਸੇ ਮਹਾਤਮਾ ਹੋਏ ਨੇ ਜਿਨ੍ਹਾਂ ਨੇ ਪ੍ਰੈਕਟੀਕਲੀ ਇਹ ਦਰਸਾ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਬਾਣੀ ਇਹ ਕੇਵਲ ਖਿਆਲੀ ਪੁਲਾਵ ਨਹੀਂ, ਇਹ ਕੇਵਲ ਅਲਫਾਜ਼ ਹੀ ਨਹੀਂ ਹਵਾ ਵਿੱਚ ਪ੍ਰਗਟ ਹੋਏ, ਇਹ ਇੱਕ ਸਿਧਾਂਤ ਹੈ। ਔਰ ਇਸ ਸਿਧਾਂਤ ਤੇ ਚੱਲਣ ਵਾਲੇ ਸਿੱਖ ਬਹੁਤ ਹੋਏ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ 'ਚ ਹੰਕਾਰ ਰੂਪੀ ਸਿਰ ਵੱਢ ਕੇ ਗੁਰੂ ਦੇ ਦਰ ਤੇ ਆਉਣ ਵਾਲੇ ਬੇਅੰਤ ਮਹਾਂਪੁਰਸ਼ ਨੇ। ਇਹ 'ਤੇ ਪ੍ਰਤੱਖ ਧਰਮ ਦੀ ਖਾਤਰ ਸਿਰ ਤਲੀ ਤੇ ਟਿਕਾਉਣ ਵਾਲੇ ਵੀ ਮਹਾਂਪੁਰਸ਼ ਨੇ। ਔਰ ਉਹ ਰੰਚਕ ਮਾਤਰ ਵੀ ਕਦੇ ਦੀਨ ਦੁਨੀਆ ਦੇ ਮਾਲਕ ਨੂੰ ਮੁਥਾਜੀ ਨਹੀਂ ਦਿਖਾਉਂਦੇ। ਉਹ ਕਦੇ ਇਹ ਨਹੀਂ ਦਰਸਾਉਂਦੇ ਵੀ ਸਾਨੂੰ ਕੋਈ ਦਾਤ ਚਾਹੀਦੀ ਹੈ ਤਾਂ ਤੇਰੇ ਲਈ ਆਪਾਂ ਵਾਰਨ ਲੱਗੇ ਹਾਂ, ਸਾਨੂੰ ਕੋਈ ਪਦਾਰਥ ਚਾਹੀਦੇ ਨੇ ਤਾਂ ਤੇਰੀ ਮੁਥਾਜੀ ਕਰ ਰਹੇ ਹਾਂ। ਕਹਿੰਦੇ ਨਹੀਂ, ਇਹ ਪ੍ਰੇਮ ਦੀ ਖਾਤਰ ਸਿਰ ਦੇਣ ਲੱਗੇ ਹਾਂ, ਦੀਨ ਦੀ ਖਾਤਰ ਸਿਰ ਦੇਣ ਲੱਗੇ ਹਾਂ। ਐਸਾ ਉਹ ਮਹਾਂਪੁਰਸ਼ ਹੈ, ਉਹਦੇ ਲਈ ਧੰਨ ਲਫ਼ਜ਼ ਵਰਤਦੇ ਆ ਆਪਾਂ। ਜਦੋਂ ਵੀ ਕਦੇ ਨਾਂ ਲਓਗੇ ਉਹਦੇ ਲਈ ਪੁੰਨਿਆਵਾਨ ਸ਼ਲਾਘਾ ਯੋਗਿਆ ਤਾਰੀਫ ਕਰਦੇ ਹੋਏ ਧੰਨ ਲਫ਼ਜ਼ ਵਰਤਦੇ ਆ ਆਪਾਂ। ਔਰ ਬਾਣੀ ਕਹਿੰਦੀ ਹੈ, ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਜਿਹੜੇ ਗੁਰੂ ਦੇ ਦਰ ਤੇ ਸੇਵਾ ਕਰਨ ਪ੍ਰਵਾਨ ਹੋ ਜਾਣ, ਉਹਨਾਂ ਨੂੰ ਧੰਨ ਕਹਿ ਕੇ ਹੀ ਪੁਕਾਰਿਆ ਜਾਂਦਾ ਹੈ। ਤਿਸ ਗੁਰ ਸਿੱਖ ਕੋ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ। ਔਰ ਉਸ ਗੁਰਸਿੱਖ ਨੂੰ ਸਦਾ ਨਮਸਕਾਰ ਹੋਵੇਗੀ ਜੋ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਬਾਣੀ ਵਿੱਚ ਕਹਿੰਦੇ ਨੇ, ਧੰਨ ਜੀਓ ਤੇਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹੈ, ਜਸਨਾਵ ਚੜ੍ਹੈ ਭਵ ਸਾਗਰ ਤਾਰੈ। ਕਹਿੰਦੇ ਬੰਦਿਆ ਮਰਨਾ ਘਰ ਵੀ ਹੈ, ਮੰਜੇ ਤੇ ਮੌਤ ਆਉਣੀ ਹੈ, ਯਾਦ ਨਹੀਂ ਕੋਈ ਕਰੇਗਾ। ਜੇ ਦੀਨ ਦੀ ਖਾਤਰ ਯੁੱਧ ਲੜ ਕੇ ਸ਼ਹੀਦ ਹੋਇਆ, ਵਡਿਆਈ ਦੇ ਜਹਾਜ਼ ਤੇ ਚੜ ਜਾਵੇਂਗਾ, ਜਸ ਦੀ ਨਾਵ ਤੇ ਚੜ ਜਾਵੇਂਗਾ, ਤਿੰਨਾਂ ਲੋਕਾਂ ਵਿੱਚ ਬੱਲੇ ਬੱਲੇ ਹੋਵੇਗੀ। ਬਾਬਾ ਦੀਪ ਸਿੰਘ ਸਿਰ ਦੇ ਕੇ ਦੀਨ ਲਈ ਧਰਮ ਦੇ ਲਈ ਵਡਿਆਈ ਦੇ ਜਹਾਜ਼ ਤੇ ਚੜਿਆ ਹੈ, ਉਹਦੀ ਵਡਿਆਈ ਕਦੇ ਮੁੱਕ ਨਹੀਂ ਸਕਦੀ, ਉਹਨੂੰ ਨਮਸਕਾਰਾਂ ਸਦਾ ਹੋਣੀਆਂ ਨੇ।
ऐसे वो महात्मा महापुरुष होए ने। जयकार कीओ धर्मियों का, उन्हां धर्मियां दी सदा जयकार रवेगी। आपा वारिया, ਜਿਹੜੇ ਆਪਾ ਵਾਰ ਦਿੰਦੇ ਨੇ, ਕਹਿੰਦੇ ਉਹਨਾਂ ਨੂੰ ਗੁਰੂ ਅਰਜਨ ਦੀ ਗੋਦ ਮਿਲਦੀ ਹੈ, ਪਰਮੇਸ਼ਵਰ ਦੀ। ਪਹਿਲਾ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਭਨਾ ਕੀ ਰੇਣਕਾ, ਤੋ ਵਾਓ ਹਮਾਰੇ ਪਾਸੋਂ ਮੁਕਤ ਹੁੰਦੇ ਨੇ। ਬਾਬਾ ਦੀਪ ਸਿੰਘ ਜੀ ਦਾ ਆਗਾਜ਼ 14 ਮਾਘ 1739 ਬਿਕਰਮੀ ਸੰਮਤ ਨੂੰ ਪਿੰਡ ਪਹੂਵਿੰਡ ਹੁੰਦਾ ਹੈ। ਉਦੋਂ ਲਾਹੌਰ ਦਾ ਇਲਾਕਾ ਸੀ। ਪਿਤਾ ਭਾਈ ਭਗਤਾ ਜੀ ਨੇ, ਮਾਈ ਭਾਗਾਂ ਵਾਲੀ ਮਾਤਾ ਜਿਉਣੀ ਹੈ। ਹੁਣ ਗੁਰਮਤੀਆ ਪਰਿਵਾਰ ਹੈ, ਤੇ ਗੁਰਮਤੀਏ ਜਿਹੜੇ ਮਾਈ ਬਾਪ ਨੇ ਨਾ, ਉਹਨਾਂ ਦੀ ਇਹੀ ਇੱਛਾ ਹੁੰਦੀ ਹੈ ਵੀ ਉਹਨਾਂ ਦਾ ਬੱਚਾ ਬੱਚੀ ਗੁਰਮਤ ਦੇ ਧਾਰਨੀ ਬਣਨਾ। ਉਹ ਸਦਾ ਗੁਰੂ ਨਾਲ ਜੋੜਦੇ ਨੇ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਉਹਨਾਂ ਦੀ ਇਹ ਇੱਛਾ ਹੁੰਦੀ ਹੈ। ਐਸੇ ਮਾਈ ਬਾਪ ਨੇ ਬਾਬਾ ਦੀਪ ਸਿੰਘ ਦੇ, ਬਚਪਨ ਦਾ ਨਾਮ ਦੀਪਾ ਸੀ। ਹੁਣ ਸ਼ਮਾਈ ਆਪਣਾ ਦਸਵੰਧ ਲੈ ਕੇ ਸੰਗਤਾਂ ਆਪਣੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਲਈ ਜਾਇਆ ਕਰਦੀਆਂ ਸਨ। ਤੇ ਬਾਬਾ ਦੀਪ ਸਿੰਘ ਨੂੰ ਵੀ ਨਾਲ ਲੈ ਕੇ ਮਾਈ ਬਾਪ ਆਨੰਦਾਂ ਦੀ ਪੁਰੀ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰ ਉੱਤੇ ਕਦਮ ਬੋਸੀ ਕੀਤੀ, ਚਰਨਾਂ ਵਿੱਚ ਸਜਦਾ ਕੀਤਾ। ਦੀਦਾਰ ਕਾਦੇ ਕੀਤੇ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਭਾਈ ਦੀਪਾ ਗੁਰੂ ਦਾ ਹੀ ਹੋ ਕੇ ਰਹਿ ਗਿਆ। ਭਾਈ ਨੰਦ ਲਾਲ ਨੇ ਫਾਰਸੀ ਵਿੱਚ ਇੱਕ ਬਚਨ ਕਿਹਾ, ਦੀਗਰੇ ਰਾ ਅਜ਼ ਕੁਜਾ ਆਰੇ ਮਮਾ, ਸ਼ੋਰ ਦਰ ਆਲਮ ਯਕੇ ਅਫਗੰਦਾਸਤ। ਹੈ ਗੁਰੂ ਗੋਬਿੰਦ ਸਿੰਘ, ਤੇਰੇ ਵਰਗਾ ਕੋਈ ਦੂਜਾ ਹੈ ਹੀ ਨਹੀਂ ਹੈ। ਕਿੱਥੋਂ ਲਿਆਈਏ? ਜਿਹੜੇ ਤੇਰੇ ਦਿਦਾਰੇ ਕਰ ਲੈਂਦੇ ਨੇ, ਫਿਰ ਦੂਜੇ ਦਰ ਤੇ ਉਹ ਝੁਕਣਾ ਛੱਡ ਦਿੰਦੇ ਨੇ। ਐਸੀ ਤੇਰੀ ਅਜ਼ਮਤ ਹੈ, ਐਸੀ ਤੇਰੀ ਪਹੁੰਚ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਦੇਰ ਇਜ਼ ਨੋ ਡਿਟੀ ਇਕੁਅਲ ਟੂ ਦਾ ਗੁਰੂ। ਕੋਈ ਦੇਵਤਾ, ਕੋਈ ਡੈਮੀ ਗੋਡ ਗੁਰੂ ਗੋਬਿੰਦ ਦੇ ਤੁਲ ਨਹੀਂ ਹੈ। ਖੁਦਾ ਦਾ ਰੂਪ ਨੇ ਉਹ। ਬਰਦੋ ਆਲਮ ਸ਼ਾਹ ਗੁਰਗੋ ਬਿੰਦ ਸਿੰਘ, ਦੋਹਾਂ ਆਲਮਾਂ ਦਾ ਮਾਲਕ ਹੈ। ਤੁਹਾਡੇ ਸਿਰ ਤੇ ਉਹ ਸਰਗੁਣ ਹੋ ਕੇ ਬਿਰਾਜਿਆ। ਸੱਚਖੰਡ ਉਹ ਨਿਰਗੁਣ ਸਰੂਪ ਹੈ, ਪਰਮੇਸ਼ਵਰ ਦਾ ਰੂਪ ਹੈ। ਖੈਰ ਦਿਦਾਰੇ ਕਰਕੇ ਭਾਈ ਦੀਪਾ ਗੁਰੂ ਦਾ ਹੀ ਹੋ ਗਿਆ। ਮਾਈ ਬਾਪ ਕੁਝ ਦਿਨ ਰਹੇ, ਵਾਪਸ ਜਾਣ ਲੱਗੇ। ਖੁਸ਼ੇ ਮੰਗੇ ਪਾਤਸ਼ਾਹ ਕੋਲੋਂ, ਛੁੱਟੀ ਮਿਲ ਗਈ। ਪਰ ਭਾਈ ਦੀਪਾ ਕਹਿੰਦਾ ਮੈਂ ਗੁਰਾਂ ਕੋਲ ਰਹਿਣਾ ਹੈ। ਇੱਥੇ ਸ਼ਸਤਰ ਵਿਦਿਆ, ਸ਼ਾਸਤਰ ਵਿਦਿਆ ਵਿੱਚ ਨਿਪੁੰਨ ਹੋਏ। ਖੰਡੇ ਦੀ ਪੌਲ ਬਰਸੀ 1699 ਦੀ ਵਿਸਾਖੀ ਤੇ 1756 ਬਿਕਰਮੀ ਸੰਮਤ 1 ਵੈਸਾਖ ਨੂੰ ਭਾਈ ਦੀਪੇ ਨੇ ਖੰਡੇ ਦੀ ਪੌਲ ਛਕੀ। ਬਾਬਾ ਦੀਪ ਸਿੰਘ ਬਣ ਗਏ। ਮਾਤਾ ਪਿਤਾ ਮਿਲਣ ਆਏ। ਪਾਤਸ਼ਾਹ ਨੂੰ ਬੇਨਤੀ ਕੀਤੀ, ਫਰਜ਼ੰਦ ਨੂੰ ਲੈ ਜਾਈਏ, ਇਹਦਾ ਵਿਆਹ ਕਰੀਏ। ਮਹਾਰਾਜ ਕਹਿੰਦੇ ਲੈ ਜਾਓ। ਆਵਾਜ਼ ਦਿੱਤੀ ਹੈ ਭਾਈ ਦੀਪੇ ਨੂੰ, ਗੁਰੂ ਦਰਬਾਰ ਵਿੱਚ ਆਇਆ। ਮਾਤਾ ਪਿਤਾ ਮਹਾਰਾਜ ਨੂੰ ਕਹਿੰਦੇ ਸਾਡਾ ਭਾਈ ਦੀਪਾ ਹੈ, ਕਿਉਂਕਿ ਅੱਜ ਲਿਬਾਸ ਉਹ ਨਹੀਂ ਸੀ। ਕਲੀਆਂ ਵਾਲਾ ਚੋਲਾ, ਕਮਰ ਕੱਸਾ ਲੱਗਿਆ ਹੈ, ਦਮਾਲੇ ਤੇ ਸ਼ਸਤਰ ਸੱਜੇ ਹੋਏ ਨੇ, ਸ਼ਸਤਰਾਂ ਨਾਲ ਲੈਸ ਹੈ ਉਹ ਭਾਈ ਦੀਪਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਹੁਣ ਇਹ ਦੀਪਾ ਨਹੀਂ ਰਿਹਾ, ਬਾਬਾ ਦੀਪ ਸਿੰਘ ਬਣ ਗਿਆ ਹੈ। ਇਹਨੂੰ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਗੁਰੂ ਦੇ ਹੁਕਮ ਵਿੱਚ ਇਹਨੇ ਅੰਮ੍ਰਿਤ ਛਕਿਆ ਹੈ। ਇਹ 1703 ਦਾ ਸਮਾਂ ਸੀ। ਮਾਪੇ ਬਾਬਾ ਦੀਪ ਸਿੰਘ ਨੂੰ ਘਰ ਲੈ ਗਏ ਪਹੂਵਿੰਡ। ਸਮਾਂ ਆਇਆ ਆਨੰਦਾਂ ਦੀ ਪੁਰੀ ਨੂੰ 1704 ਈਸਵੀ ਵਿੱਚ ਘੇਰਾ ਪੈਂਦਾ ਹੈ। ਮੁਗਲਿਆ ਸਲਤਨਤ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਟਕਰਾਏ ਨੇ ਭਾਰਤ ਵਰਸ਼ ਦੀ, ਮਜ਼ਲੂਮ ਦੀ, ਜੰਝੂ ਦੀ, ਗਰੀਬ ਗੁਰਬੇ ਦੀ ਰੱਖਿਆ ਕਰਨ ਦੇ ਲਈ। 14 ਜੰਗਾਂ ਔਰੰਗਜ਼ੇਬ ਅਤੇ 22 ਧਾਰ ਦੇ ਰਾਜਿਆਂ ਨਾਲ ਪਾਤਸ਼ਾਹ ਨੇ ਲੜੀਆਂ। ਇਹਨਾਂ ਜੰਗਾਂ ਚੋਂ ਇੱਕ ਜੰਗ ਆਨੰਦਾਂ ਦੀ ਪੁਰੀ ਦੀ ਹੈ।
ਆਨੰਦਾਂ ਦੀ ਪੂਰੀ ਛੱਡ ਦਿੱਤੀ। ਚਮਕੌਰ ਯੁੱਧ ਹੁੰਦਾ ਹੈ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸ਼ਹੀਦ ਹੋਏ। ਮਾਤਾ ਗੁਜਰੀ ਦੇ ਨਾਲ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਰਹੰਦ ਦੀਆਂ ਨੀਹਾਂ ਵਿੱਚ ਉਸ ਇਲਾਕੇ ਵਿੱਚ ਸ਼ਹਾਦਤ ਦੀ ਅਵਧੀ ਮਾਣ ਗਏ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਇਹ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ ਚਲੇ ਗਏ ਸਨ ਸਰਸਾ ਤੇ ਜਦੋਂ ਵਿਛੋੜਾ ਪਿਆ ਸੀ। 3 ਹਿੱਸੇ ਪਰਿਵਾਰ ਹੋਇਆ ਸੀ। ਹੁਣ ਹਾਲਾਤ ਐਸੇ ਬਣੇ ਹੋਏ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਮਕੌਰ ਦੀ ਜੰਗ ਜਿੱਤ ਕੇ ਜਿਸ ਰਣ ਮੇਂ ਲੜਾ, ਬੇ ਸਰੋ ਸਾਮਾਨ ਲੜਾ ਤੂੰ, 100 ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ, ਕਹੋ ਨਾਨਕ ਮੇਰਾ ਗੁਰ ਸਮਰਾਥਾ। ਗੁਰੂ ਇਜ਼ ਆਲ ਪਾਵਰਫੁਲ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਦੇ ਸਾਵੇਂ ਗਿਣਤੀ ਨਹੀਂ ਟਿਕਦੀ। ਖੁਦਾ ਦੇ ਅੱਗੇ ਬੰਦੇ ਦੀ ਔਕਾਤ ਕੀਟ ਨਾਲੋਂ ਵੱਧ ਕੇ ਨਹੀਂ ਹੈ। 10 ਲੱਖ ਦੇ ਘੇਰੇ ਨੂੰ ਬਾਪੂ ਕਲਗੀਧਰ ਤਿੱਤਰਾਂ ਵਾਂਗੂ ਉਡਾਉਂਦਾ ਹੈ। ਅੱਲਾ ਯਾਰ ਖਾਂ 5 ਵਕਤ ਦਾ ਨਮਾਜ਼ੀ ਮੁਸਲਮਾਨ ਕਹਿੰਦਾ ਕੈਸੀ ਅਜ਼ਮਤ ਦਾ ਮਾਲਕ ਹੈ, ਮੁੱਠੀ ਪਰ ਸਿੰਘ ਲੈ ਕੇ ਲੱਖਾਂ ਨੂੰ ਢਾ ਲੈਂਦਾ ਹੈ ਗੁਰੂ ਗੋਬਿੰਦ। ਮਾਛੀਵਾੜੇ ਪਹੁੰਚੇ, ਸਰਬੰਸ ਵਾਰ ਦਿੱਤਾ ਗਿਆ ਹੈ। ਸਰਬੰਸ ਚੋਂ ਅਖੀਰਲੇ ਮੋਤੀ ਆਪ ਹੀ ਰਹਿ ਗਏ ਨੇ। ਮਹਾਰਾਜ ਦੀਨੇ ਕਾਂਗੜ ਪਹੁੰਚੇ, ਜ਼ਫਰਨਾਮਾ ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖਿਆ, ਭਾਈ ਦਇਆ ਸਿੰਘ ਹੱਥ ਭੇਜ ਦਿੱਤਾ। ਆਪ ਸੰਗਤਾਂ ਨੂੰ ਤਾਰਦੇ ਹੋਏ ਖਿਦਰਾਣੇ ਦੀ ਢਾਬ ਪਹੁੰਚੇ। ਵਜ਼ੀਰ ਖਾਂ ਦੀਆਂ ਫੌਜਾਂ ਆਈਆਂ, ਕਮਸਾਨ ਦਾ ਯੁੱਧ ਹੋਇਆ, ਪਾਤਸ਼ਾਹ ਜਿੱਤੇ। ਬਾਬਾ ਮਾਨ ਸਿੰਘ ਵਰਗੇ ਸਤਪੁਰਸ਼ਾਂ ਨੂੰ ਨਜ਼ਾਤ ਦਿੱਤੀ, ਬਦੇ ਮੁਕਤ ਕੀਤਾ, 40 ਮੁਕਤੇ ਦੁਨੀਆ ਦੇ ਉੱਤੇ ਪ੍ਰਗਟ ਕੀਤੇ। ਇੱਥੋਂ ਦਮਦਮਾ ਸਾਹਿਬ ਟਿਕੇ ਨੇ। ਸਿੱਖਾਂ ਨੂੰ ਪਤਾ ਲੱਗਾ, ਭਾਈ ਮਨੀ ਸਿੰਘ ਨੂੰ ਪਤਾ ਲੱਗਾ, ਦਿੱਲੀ ਤੋਂ ਮਾਤਾ ਸਾਹਿਬ ਕੌਰ, ਸੁੰਦਰ ਕੌਰ ਜੀ ਨੂੰ ਲੈ ਕੇ ਸਿੱਖਾਂ ਸਮੇਤ ਸਾਬੋ ਕੀ ਤਲਵੰਡੀ ਪਹੁੰਚੇ ਨੇ। ਉਧਰੋਂ ਬਾਬਾ ਦੀਪ ਸਿੰਘ ਭੂਵਿੰਡ ਤੋਂ ਆ ਗਏ। ਇੱਦਾਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਬਾਬਾ ਮਨੀ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ, ਤੇ ਤੁਸੀਂ ਧੁਰੋਂ ਆਏ ਅਕਾਲ ਪੁਰਖ ਦਾ ਸਰੂਪ ਹੋ, ਗੁਰ ਪਰਮੇਸ਼ਰ ਏਕੋ ਜਾਣ। ਸਾਨੂੰ ਬਾਣੀ ਦੀ ਸੰਥਿਆ ਕਰਵਾ ਦਿਓ। ਅਸੀਂ ਵਿਆਕਰਣ ਤੇ ਆਧਾਰਿਤ ਬਾਣੀ ਦੇ ਅਰਥ ਕਰਦੇ ਆਂ, ਪਰ ਧੁਰ ਕੀ ਬਾਣੀ ਤੇ ਵਿਆਕਰਣ ਟੁਕ ਨਹੀਂ ਸਕਦੀ। ਇਹ ਦੇਵ ਬੋਲ ਨੇ, ਖੁਦਾ ਦੇ ਬੋਲ ਨੇ, ਖਸਮ ਦੇ ਬੋਲ ਨੇ। ਇਹਦੇ ਅਰਥ ਫਿਰ ਖਸਮ ਹੀ ਜਾਣਦਾ ਹੈ, ਤੇ ਤੁਸੀਂ ਖਸਮ ਦਾ ਰੂਪ ਉਹ ਅਰਥ ਕਰੋ। ਉਹ ਧੀਰ ਮੱਲੀਆਂ 1661 ਬਿਕਰਮੀ ਸੰਮਤ ਵਿੱਚ ਲਿਖੀ ਹੋਈ ਬੀੜ ਭਾਈ ਗੁਰਦਾਸ ਜੀ ਨੇ ਜੋ ਲਿਖੀ, ਗੁਰੂ ਅਰਜਨ ਸਾਹਿਬ ਨੇ ਜੋ ਰਾਮਸਰ ਇੱਥੇ ਅੰਮ੍ਰਿਤਸਰ ਲਿਖਵਾਈ, ਉਹ ਨਾ ਦਿੱਤੀ ਸਿੱਖਾਂ ਨੂੰ। ਮਹਾਰਾਜ ਨੇ 9 ਮਹੀਨੇ ਲਾ ਕੇ 48 ਸਿੰਘਾਂ ਨੂੰ ਦਮਦਮੇ ਦੀ ਪਾਵਨ ਧਰਤੀ ਦੇ ਉੱਤੇ ਇੱਕ ਓੰਕਾਰ ਤੋਂ 18 10 20 ਗੁਰੂ ਅਰਜਨ ਸਾਹਿਬ ਦੀ ਬਾਣੀ ਰਾਗਮਾਲਾ ਤੱਕ ਗਲੂਏ ਚੋਂ ਪ੍ਰਗਟ ਕਰਕੇ ਸਾਰੀ ਸੰਥਿਆ ਕਰਵਾਈ। ਬੀੜ ਲਿਖਵਾਈ ਭਾਈ ਮਨੀ ਸਿੰਘ ਤੋਂ। ਸ਼ਾਹੀ ਤੇ ਕਲਮ ਇਹਦੀ ਸੇਵਾ ਬਾਬਾ ਦੀਪ ਸਿੰਘ ਕਰਦੇ ਸਨ। ਖੈਰ ਮਹਾਰਾਜ ਇਥੋਂ ਚੱਲੇ ਨੇ ਦੱਖਣ ਵੱਲ ਨੂੰ। ਭਾਈ ਮਨੀ ਸਿੰਘ ਦੇ ਨਾਲ ਮਾਤਾ ਸੁੰਦਰ ਕੌਰ ਜੀ ਹੋਰ ਸਿੱਖਾਂ ਨੂੰ ਦਿੱਲੀ ਨੂੰ ਤੋਰਿਆ। ਆਪ ਕੁਝ ਸਿੱਖਾਂ ਸਮੇਤ ਦੱਖਣ ਨੂੰ ਚੱਲੇ ਨੇ। ਮਾਤਾ ਸਾਹਿਬ ਕੌਰ ਜੀ ਪਾਸ ਹੀ ਰਹਿ ਗਏ ਵੀ ਤੁਹਾਡੇ ਚਰਨਾਂ 'ਚ ਰਹਿਣਾ ਹੈ। ਬਾਬਾ ਦੀਪ ਸਿੰਘ ਦਮਦਮਾ ਸਾਹਿਬ ਟਿਕਾ ਦਿੱਤੇ ਗਏ ਵੀ ਤੁਸੀਂ ਇੱਥੇ ਰਹਿ ਕੇ ਜਿਹੜੇ ਅਰਥ ਤੁਹਾਨੂੰ ਅਸੀਂ ਪ੍ਰਗਟ ਕਰਕੇ ਸੁਣਾਏ ਨੇ ਨਾ, ਜਿੰਨੇ ਤੁਹਾਡੀ ਪਕੜ ਵਿੱਚ ਨੇ, ਉਹ ਤੁਸੀਂ ਹੁਣ ਹੋਰਾਂ ਜਗਿਆਸੂਆਂ ਨੂੰ ਪੜਾਉਣੇ ਨੇ। ਉੱਥੋਂ ਅਰਥਾਂ ਦੀ ਟਕਸਾਲ ਚੱਲੀ ਹੈ। ਟਕਸਾਲ ਦਾ ਕਰਮ ਕੀ ਹੁੰਦਾ? ਸਿੱਕੇ ਕੱਢਣੇ। ਇਸੇ ਤਰ੍ਹਾਂ ਹੀ ਦਮਦਮੀ ਟਕਸਾਲ ਦਾ ਅਰਥ ਸੀ ਗਿਆਨੀ ਕੱਢਣੇ, ਵਿਦਵਾਨ ਪੈਦਾ ਕਰਨੇ। ਖੈਰ ਬਾਬਾ ਦੀਪ ਸਿੰਘ ਉੱਥੇ ਟਿਕ ਗਏ। ਮਹਾਰਾਜ ਨੰਦੇੜ ਗਏ ਨੇ। ਉੱਥੇ ਇੱਕ ਮਾਧੋ ਦਾਸ ਵੈਰਾਗੀ ਡੇਰੇ ਵਿੱਚ ਰਹਿੰਦਾ ਹੈ, ਦਿਨ ਕੱਟੀ ਕਰਦਾ ਹੈ, ਕਿਉਂਕਿ ਭਾਰਤ ਵਰਸ਼ ਦਾ ਬਾਦਸ਼ਾਹ ਔਰੰਗਜ਼ੇਬ ਜੰਜੂ ਲਾ ਲਾ ਕੇ ਖੁਰਾ ਖੋਜ ਸਭ ਦਾ ਮਿਟਾ ਰਿਹਾ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਏ, ਥਾਪੜਾ ਦਿੱਤਾ, ਸਤਿਗੁਰ ਮੇਰਾ ਤਾਣ ਨਿਤਾਣ। ਮਾਈ ਗੁਰੂ ਇਜ਼ ਦਾ ਪਾਵਰ ਆਫ ਦਾ ਪਾਵਰਲੈਸ। ਨਿਮਾਣਿਆਂ ਨੂੰ ਮਾਣ ਦੇਣ ਵਾਲੇ ਨੇ,
ਡੇਰੇ ਵਿੱਚ ਦਿਨ ਕੱਟਣ ਵਾਲੇ ਇੱਕ ਸਾਧੂ ਨੂੰ ਥਾਪੜਾ ਦੇ ਕੇ ਗਾਂਢੀਵ ਸੂਰਮਾ ਬਣਾ ਦਿੱਤਾ। ਖੰਡੇ ਦੀ ਫੌਲ ਬਖਸ਼ੀ, ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਸਰਹੰਦ ਦੀ ਮੁਗਲਿਆ ਸਲਤਨਤ ਦੀ ਇੱਟ ਨਾ ਇੱਟ ਖੜਕਾਉਣ ਤੋਰ ਦਿੱਤਾ। ਨਾਲ ਹੁਕਮਨਾਮੇ ਕੱਢੇ, ਭਾਰਤ ਵਰਸ਼ ਦੇ ਸਿੱਖਾਂ ਨੂੰ ਵੀ ਇਹਦਾ ਸਾਥ ਦੇਣਾ ਹੈ। ਹੁਕਮਨਾਮਾ ਬਾਬਾ ਦੀਪ ਸਿੰਘ ਨੂੰ ਵੀ ਮਿਲਿਆ। ਦਮਦਮਾ ਸਾਹਿਬ ਤੋਂ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲੇ। ਚੱਪੜ ਚਿੜੀ ਦੇ ਮੈਦਾਨ ਅੰਦਰ ਕਮਸਾਨ ਦਾ ਯੁੱਧ ਲੜਿਆ ਵਜ਼ੀਰ ਖਾਂ ਦੇ ਨਾਲ। ਖੁਰਾ ਖੋਜ ਮਿਟ ਗਿਆ ਵਜ਼ੀਰ ਖਾਂ ਦਾ। ਹੁਣ ਬਾਬਾ ਦੀਪ ਸਿੰਘ ਨੇ ਐਸਾ ਜੰਗ ਉੱਥੇ ਲੜਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਥ ਵੱਲੋਂ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ। ਸਮਾਂ ਆਇਆ, ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਅੰਦਰ ਸ਼ਹੀਦ ਹੋਏ। ਬਾਬਾ ਦੀਪ ਸਿੰਘ ਫਿਰ ਦਮਦਮਾ ਸਾਹਿਬ ਟਿਕ ਗਏ। ਫਿਰ ਕਲਮ ਚੁੱਕ ਲਈ, ਪੋਥੀਆਂ ਲਿਖੀਆਂ। 4 ਸਰੂਪ ਗੁਰਮੁਖੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖੇ, ਇੱਕ ਪਰਸ਼ੀਅਨ ਵਿੱਚ ਲਿਖਿਆ। ਉਹ ਜਿਹੜੇ ਪਾਵਨ 4 ਸਰੂਪ ਸਨ, ਉਹਨਾਂ ਚੋਂ 2 ਸੇਰ ਸੋਨੇ ਦੀ ਸ਼ਾਹੀ ਨਾਲ ਜੋ ਸਰੂਪ ਲਿਖਿਆ ਉਹ ਅਕਾਲ ਤਖਤ ਸਾਹਿਬ ਚੜਾਇਆ ਗਿਆ। ਇੱਕ ਸਰੂਪ ਕੇਸਗੜ੍ਹ ਸਾਹਿਬ, ਇੱਕ ਨੰਦੇੜ, ਇੱਕ ਪਟਨਾ ਸਾਹਿਬ ਚੜਾਇਆ ਗਿਆ। ਖੈਰ ਬੈਠੇ ਨੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਪਾਵਨ ਰੂਹੇ ਜ਼ਮੀਨ ਤੇ। ਉਹਨਾਂ ਸਮਿਆਂ ਵਿੱਚ ਭਾਰਤ ਵਰਸ਼ ਦੇ ਉੱਤੇ ਅਹਿਮਦ ਸ਼ਾਹ ਦੁਰਾਨੀ, ਜਿਹਨੂੰ ਅਬਦਾਲੀ ਕਹਿੰਦੇ ਹੋ, ਅਫਗਾਨਿਸਤਾਨ ਦਾ ਰਾਜਾ, ਬੜੇ ਹਮਲੇ ਕਰਦਾ ਸੀ, ਲੁੱਟ ਖਸੁੱਟ ਮਚਾ ਰਿਹਾ ਸੀ। ਹੁਣ ਸਿੱਖਾਂ ਨੇ ਇਹਨਾਂ ਹੁਕਮਰਾਨਾਂ ਨਾਲ ਟਕਰਾਉਣ ਲਈ ਆਪਣੇ ਜਿਹੜੇ ਛੋਟੇ ਛੋਟੇ 65 ਜਥੇ ਸਨ ਨਾ, ਉਹਨਾਂ ਨੂੰ ਇਕੱਠਿਆਂ ਕੀਤਾ। 12 ਵੱਡੇ ਜਥੇ ਬਣੇ। ਇਹ 12 ਮਿਸਲਾਂ ਜੋ ਪ੍ਰਚਲਿਤ ਨੇ, ਸੰਗਠਿਤ ਹੋ ਗਏ ਸਿੱਖ। ਸ਼ਹੀਦਾਂ ਦੀ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਬਣੇ, ਜਿਨ੍ਹਾਂ ਨੇ ਦਮਦਮੀ ਟਕਸਾਲ ਵੀ ਚਲਾਈ ਸੀ। ਜਿੱਥੇ ਕਲਮ ਚਲਾਉਣ ਉੱਥੇ ਦਮਦਮੀ ਟਕਸਾਲ ਬਣਦੀ ਹੈ, ਜਿੱਥੇ ਖੰਡਾ ਖੜਕਾਉਣ ਉੱਥੇ ਸ਼ਹੀਦਾਂ ਦੀ ਮਿਸਲ ਦੇ ਮੁਖੀ ਬਣਦੇ ਨੇ। ਉਹ 2 ਪੱਖ ਸਨ, ਸੰਤ ਤੇ ਸਿਪਾਹੀ ਦੇ। ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਬਰਕਤ ਦੇ ਨਾਲ ਮਰਾਠਿਆਂ ਨੂੰ ਪਾਣੀਪਤ ਦੀ ਜੰਗ ਦੇ ਵਿੱਚ ਹਰਾ ਦਿੱਤਾ ਹੈ। ਮੁਗਲ ਅੰਪਾਇਰ ਜਿਹੜੀ ਸੀ ਨਾ, ਉਹ ਕਮਜ਼ੋਰ ਹੋ ਚੁੱਕੀ ਸੀ। ਅਬਦਾਲੀ ਦਾ ਜ਼ੋਰ ਵੱਧ ਗਿਆ ਸੀ। The battle of Panipat was fought between Durrani Afghans Empire and Marathas forces। ਮਰਾਠਿਆਂ ਨਾਲ ਲੜਿਆ, ਮਰਾਠਿਆਂ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ ਹੈ। ਹੁਣ ਇਹਨੂੰ ਇਉਂ ਜਾਪਿਆ ਵੀ ਮੇਰੇ ਸਾਵੇਂ ਭਾਰਤ ਵਰਸ਼ ਵਿੱਚ ਕੋਈ ਟਿਕ ਨਹੀਂ ਸਕੇਗਾ। ਦਿੱਲੀ ਨੂੰ ਲੁੱਟ ਕੇ ਤੁਰਿਆ, ਬਹੂ ਬੇਟੀਆਂ ਨੂੰ ਗੁਲਾਮ ਬਣਾ ਕੇ ਗਜ਼ਨੀ ਦੀ ਮੰਡੀ ਵੱਲ ਨੂੰ ਵੱਧਦਾ ਹੈ। ਪੰਜਾਬ ਕ੍ਰਾਸ ਕਰਨ ਲੱਗਾ। ਗੁਰੂ ਕਿਆਂ ਸਿੰਘਾਂ ਨੇ ਮਿਸਲਾਂ ਵਿੱਚੋਂ ਸੂਰਬੀਰ ਉੱਠੇ, ਉਹਨਾਂ ਨੇ ਅਬਦਾਲੀ ਲੁੱਟ ਲਿਆ। ਉਂਗਲਾਂ ਨੂੰ ਦੰਦੀਆਂ ਵੱਢਦਾ ਹੈ, ਕਹਿੰਦਾ ਕਿਹਦੀ ਹਿੰਮਤ ਹੈ ਮੇਰਾ ਰਸਤਾ ਰੋਕ ਲਵੇ। ਭਾਰਤ ਵਰਸ਼ ਨੇ ਕੋਈ ਮਾਈਕਾ ਲਾਲ ਪੈਦਾ ਨਹੀਂ ਕੀਤਾ ਜੋ ਅਬਦਾਲੀ ਦੇ ਸਾਵੇਂ ਟਿਕੇ, ਮਰਾਠੇ ਨਹੀਂ ਟਿਕੇ। ਇਹ ਕੌਣ ਹੈ ਜਿਹੜੇ ਮੇਰੇ ਸਾਵੇਂ ਟਿਕਣਾ ਚਾਹੁੰਦੇ ਨੇ? ਲਾਹੌਰ ਬੈਠਾ ਸੀ, ਤੈਮੂਰ ਨੂੰ ਆਪਣੇ ਫਰਜ਼ੰਦ ਨੂੰ ਗਵਰਨਰ ਬਣਾਇਆ ਲਾਹੌਰ ਦਾ, ਤੇ ਉਥੇ ਭਰੇ ਦਰਬਾਰ ਦੇ ਵਿੱਚ ਇਹਦੇ ਦਰਬਾਰੀਆਂ ਨੇ ਅਲਫਾਜ਼ ਪ੍ਰਗਟ ਕੀਤੇ ਜੋ ਇਤਿਹਾਸ ਵਿੱਚ ਦਰਜ ਨੇ। ਜਦੋਂ ਪੁੱਛਿਆ ਨਾ ਇਹ ਕੌਣ ਨੇ ਜਿਨ੍ਹਾਂ ਮੈਨੂੰ ਲੁੱਟ ਲਿਆ ਹੈ, ਜਿਨ੍ਹਾਂ ਨੂੰ ਮੇਰਾ ਖੌਫ ਨਹੀਂ ਹੈ, ਦਰਬਾਰੀਆਂ ਨੇ ਬਾਤ ਉਠਾਈ, ਕਹਿੰਦੇ ਮੁਰਸ਼ਦ ਇਨਕਾ ਵਲੀ भयो है, इनको आबे हयात दयो है, ऐसी गयो कलाम बताए है, जिससे बनाए सुदा जे लय है, सोए पिलाए लोगन के ताई, स्यारग ते सिंह लेत बनाई, अवर सबन को जीव 84 मानत आप ताहे अबिनासी। इन्हां दे मुर्शद ने कलाम दिती जो कामल सी, अजमतां दा मालक गुरु गोबिंद सिंह।
ਉਹ ਕਲਾਮ ਦੇ ਨਾਲ ਇਹ ਆਬੇ ਹਯਾਤ ਬਣਾਉਂਦੇ ਨੇ। ਬਾਟੇ 'ਚ ਲੋਹੇ ਵਿੱਚ ਪਾਣੀ ਪਾ ਕੇ ਉਹਨੂੰ ਅੰਮ੍ਰਿਤ ਬਣਾ ਲੈਂਦੇ ਨੇ। ਜਦੋਂ ਉਹ ਪੀਂਦੇ ਨੇ ਨਾ, ਇਹ ਭਾਰਤ ਵਰਸ਼ ਦੇ ਗੁਲਾਮ ਲੋਕ ਜੋ ਗਿੱਦੜਾਂ ਵਰਗੇ ਨੇ, ਆਪਣੇ ਆਪ ਨੂੰ ਸੀਂਹ ਸਮਝਦੇ ਨੇ, ਸ਼ੇਰ ਸਮਝਦੇ ਨੇ। ਤੇ ਜੇ ਕਿਧਰੇ ਫੱਟ ਲੱਗ ਜਾਵੇ ਮੈਦਾਨੇ ਜੰਗ ਵਿੱਚ, ਇਹ ਡਰਦੇ ਨਹੀਂ, ਇਹ ਡੋਲਦੇ ਨਹੀਂ। ਇਹਨਾਂ ਦਾ ਇੱਕ ਅੰਮ੍ਰਿਤ ਦਾ ਸਰੋਵਰ ਹੈ ਰਾਮਦਾਸਪੁਰ ਹਰਮੰਦਰ ਸਾਹਿਬ, ਉੱਥੇ ਚੁੱਭੀ ਲਾ ਕੇ ਫਿਰ ਨਵੇਂ ਨਰੋਏ ਹੋ ਜਾਂਦੇ ਨੇ। ਬਾਣੀ ਕਹਿੰਦੀ ਹੈ ਨਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ, ਬਿਦਾਰਿਓ ਗੁਰੂ ਦੀ ਨਜ਼ਰ ਰੋਗ ਸੋਗ ਮਿਟਾਉਂਦੀ ਹੈ। ਪਾਵਨ ਸਰੋਵਰ ਦੀ ਅਜ਼ਮਤ ਹੈ। ਕਹਿੰਦਾ ਇਹ ਭਾਈ ਨੰਦ ਲਾਲ ਨੇ ਗਵਾਹੀ ਦਿੱਤੀ ਹੈ, ਕਿਹੇ ਜੇ ਇਨਸਾਨ ਮਲਕ ਨਮੂ ਦਸਤ ਉਹ। ਅੱਗੇ ਕਹਿੰਦੇ ਨੇ, ਇੱਜ਼ਤੇ ਖਾਕੀਆਂ ਫਜ਼ੂ ਦਸਤ ਉਹ ਆਇਆ ਗੁਰੂ ਗੋਬਿੰਦ ਸਿੰਘ ਤੂੰ ਖੰਡੇ ਦੀ ਪੌਲ ਬਖਸ਼ ਕੇ ਆਮ ਇਨਸਾਨ ਨੂੰ ਮਲਕ ਬਣਾ ਦਿੰਨਾ ਹੈ, ਦੇਵਤਾ ਬਣਾ ਦਿੰਨਾ ਹੈ। ਜਿਹੜੇ ਕਹਿੰਦੇ ਨਾ ਖੰਡੇ ਦੀ ਪੌਲ ਤੇ ਬਰਸੀ ਨਹੀਂ, ਇਹ ਵਾਧੂ ਦੀਆਂ ਬਾਤਾਂ ਨੇ। ਕਦੇ ਨੰਦ ਲਾਲ ਨੂੰ ਪੜ੍ਹਿਓ ਜੇ ਸਮਝ ਆ ਜਾਵੇ ਫਾਰਸੀ ਦੀ। ਕਹਿੰਦੇ ਐਸੀ ਪੌਲ ਬਖਸ਼ਦਾ ਸੀ, ਗਿੱਦੜਾਂ ਨੂੰ ਸ਼ੇਰ ਬਣਾਉਂਦਾ ਸੀ, ਮਨਸੂਰ ਬਣਾਉਂਦਾ ਸੀ। ਖੈਰ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਉਹ ਦੈਵਿਕ ਤਾਕਤਾਂ ਬਖਸ਼ ਦਿੰਦਾ ਸੀ, ਇੱਜ਼ਤਾਂ ਬਖਸ਼ਦਾ ਸੀ ਮਿੱਟੀ ਚ ਰੁਲਦਿਆਂ ਨੂੰ। ਬੜੀ ਵਡਿਆਈ ਅਹਿਮਦ ਸ਼ਾਹ ਅਬਦਾਲੀ ਦੇ ਦਰਬਾਰ ਵਿੱਚ ਸਿੱਖ ਜਗਤ ਦੀ ਪ੍ਰਗਟ ਹੋਈ। ਕਹਿੰਦਾ ਫਿਰ ਇਉਂ ਕਰੋ, ਇਹ 5 ਇਕੱਠੇ ਹੋ ਕੇ ਅੰਮ੍ਰਿਤ ਬਣਾਉਂਦੇ ਨੇ, ਇਕੱਠੇ ਹੋਣ ਹੀ ਨਹੀਂ ਦੇਣਾ। ਸਿਰਾਂ ਦੇ ਮੁੱਲ ਪਾਓ ਇਹਨਾਂ ਦੇ, ਖੁਰਾਖੋਰ ਮਿਟਾਓ ਇਹਨਾਂ ਦਾ। ਉਹ ਜਿਹੜਾ ਅੰਮ੍ਰਿਤ ਦਾ ਸਰੋਵਰ ਹੈ, ਮਿੱਟੀ ਪਾ ਕੇ ਪੂਰ ਦਿਓ। ਤੈਮੂਰ, ਤੂੰ ਮੇਰਾ ਫਰਜ਼ੰਦ ਹੈ, ਲਾਹੌਰ ਦਾ ਗਵਰਨਰ ਹੈ। ਜਦੋਂ ਮੈਂ ਅਗਲੀ ਵਾਰ ਆਵਾਂ ਤੇ ਨਾ ਹਰਮੰਦਰ ਹੀ ਲੱਭਣਾ ਚਾਹੀਦਾ ਹੈ, ਨਾ ਸਰੋਵਰ ਹੀ ਦਿਖਣਾ ਚਾਹੀਦਾ ਹੈ। ਲੈ ਜਹਾਨ ਖਾਨ ਨੂੰ ਤੇਰਾ ਜਰਨੈਲ ਅੱਗੇ ਥਾਪਦਾ ਹਾਂ, ਵਜ਼ੀਰ ਥਾਪਦਾ ਹਾਂ। ਰਲ ਮਿਲ ਕਰਕੇ ਸਿੱਖਾਂ ਦਾ ਖੁਰਾ ਖੋਜ ਮਿਟਾ ਦਿਓ। ਸਰੋਵਰ ਪੂਰ ਦਿੱਤਾ ਗਿਆ, ਜਿਹਨੂੰ ਬਾਣੀ ਕਹਿੰਦੀ ਹੈ, ਡਿਠੈ ਸਭੈ ਥਾਵ ਨਹੀਂ ਤੁਧ ਜਿਹਿਆ ਬੱਧੋ ਪੁਰਖ ਵਿਧਾਤੇ ਤਾਤੂ, ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਹਰ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ। ਸਰ ਗੁਰੂ ਰਾਮਦਾਸ ਦਾ ਸਰੋਵਰ ਪੂਰ ਦਿੱਤਾ। ਕਈ ਵਾਰ ਤਰਕ ਹੋ ਜਾਂਦਾ, ਲਓ ਜੀ ਇਹ ਵੀ ਤੇ ਬਿਲਡਿੰਗ ਹੀ ਹੈ, ਬਿਲਡਿੰਗਾਂ ਨਾਲ ਕਿਉਂ ਜੁੜਦੇ? ਹਰਿਮੰਦਰ ਸਾਹਿਬ ਨੂੰ ਆਮ ਬਿਲਡਿੰਗ ਦੱਸ ਦਿੰਦੇ ਨੇ ਕਈ। ਇਹਨੂੰ ਮੂਰਖ ਨੂੰ ਸਮਝਾਓ, ਹਰ ਗੁਰਧਾਮ ਦੀ ਮਹੱਤਤਾ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਾਉਣੇ ਕਰਕੇ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਹਰਮੰਦਰ ਸਾਹਿਬ ਦੀ ਮਹੱਤਤਾ ਹੋਰਾਂ ਗੁਰਧਾਮਾਂ ਨਾਲੋਂ ਵੱਧ ਕੇ ਇਸ ਲਈ ਹੈ, ਆਪਾਂ ਜਿਤਨੇ ਵੀ ਗੁਰਧਾਮ ਬਣਾਏ ਨੇ, ਸੰਗਤਾਂ ਨੇ ਬਣਾਏ ਨੇ, ਮਹਾਂਪੁਰਸ਼ਾਂ ਨੇ ਬਣਾਏ ਨੇ, ਹਰਮੰਦਰ ਸਾਹਿਬ ਦੀ ਮਹਿਮਾ ਅਪਰੰਪਾਰ ਇਸ ਲਈ ਹੈ। ਕਹਿੰਦੇ ਨੇ ਜੋ ਖੁਦਾਇਆ ਏ, ਜੋ ਦੁਨੀਆ ਦਾ ਮਾਲਕ ਹੈ, ਖਸਮ ਹੈ, ਬੱਧੋ ਪੁਰਖ ਵਿਧਾਤੇ ਤਾਤੂ ਸੋਹਿਆ। ਉਸ ਵਿਧਾਤਾ ਨੇ ਆਪ ਗੁਰੂ ਰਾਮਦਾਸ ਗੁਰੂ ਅਰਜਨ ਬਣ ਕੇ ਹਰਮੰਦਰ ਰਚਿਆ ਹੈ। ਇਹਦੇ ਵਰਗਾ ਕੋਈ ਹੋਰ ਨਹੀਂ ਹੈ। ਤੇ ਜਦੋਂ ਮਹਾਰਾਜ ਨੇ ਕਹਿਤਾ ਰੋਗ ਸੋਗ ਮਿਟਾਉਂਦਾ ਹੈ, ਪਾਪ ਮਿਟਾਉਂਦਾ ਹੈ, ਤੇ ਫਿਰ ਸ਼ੰਕਾ ਕਰਨ ਵਾਲਾ ਸਿੱਖ ਨਹੀਂ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਬਾਣੀ ਨੂੰ ਸਤ ਕਰਕੇ ਮੰਨਣਾ ਹੈ। ਹੁਣ ਜਹਾਂ ਖਾਂ ਵਰਗੇ ਜਰਨੈਲ ਚੜੇ ਤੈਮੂਰ ਦੇ ਹੁਕਮ ਵਿੱਚ, ਸਰੋਵਰ ਪੂਰ ਦਿੱਤਾ ਗਿਆ। ਬਾਬਾ ਦੀਪ ਸਿੰਘ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਖਬਰ ਮਿਲ ਗਈ। ਕੈਸੀ ਅਜ਼ਮਤ ਦਿੱਤੀ ਗੁਰੂ ਗੋਬਿੰਦ ਸਿੰਘ ਨੇ। 75-76 ਵਰਿਆਂ ਦਾ ਬਾਪੂ 18 ਸੇਰ ਦਾ ਖੰਡਾ ਚੁੱਕਦਾ ਹੈ ਕਲਮ ਰੱਖ ਕੇ। ਲੋਕ ਜਵਾਨੀ ਵਿੱਚ ਖੰਡਾ ਖੜਕਾਉਂਦੇ ਨੇ, ਬੁਢੇਪੇ ਵਿੱਚ ਕਲਮ ਚਲਾਉਂਦੇ ਨੇ, ਕਿਉਂਕਿ ਹੌਲੀ ਹੁੰਦੀ ਹੈ। ਇੱਥੇ ਗੁਰੂ ਗੋਬਿੰਦ ਦਾ ਥਾਪੜਾ 75-76 ਸਾਲ ਦੀ ਉਮਰ ਵਿੱਚ ਬਾਪੂ ਦੇ ਸਿਰਹਾਣੇ ਪਾਣੀ ਦਾ ਜੱਗ ਪਿਆ ਹੋਵੇ ਤੇ ਚੁੱਕ ਕੇ ਪੀਤਾ ਨਹੀਂ ਜਾਂਦਾ। ਬੱਚਿਆਂ ਦੇ ਤਰਲੇ ਲੈਂਦਾ ਹੈ, ਮੁਖ ਅਪਿਆਓ ਬੈਠ ਕੋ ਦੈਨ, ਤੁਸੀਂ ਮੇਰੀ ਵੰਸ਼ ਹੋ, ਮੈਨੂੰ ਜਲ ਛਕਾਓ। ਮੇਰੀ ਸੇਵਾ ਲਈ ਪ੍ਰਮਾਤਮਾ ਨੇ ਤੁਹਾਨੂੰ ਪ੍ਰਗਟ ਕੀਤਾ ਹੈ। ਇੰਨੀ ਵੀ ਅਜ਼ਮਤ ਨਹੀਂ ਹੈ ਵੀ ਗਲਾਸ ਚੁੱਕ ਕੇ ਜਲ ਛਕੇ। ਇਹ ਗੁਰੂ ਗੋਬਿੰਦ ਦਾ ਥਾਪੜਾ ਹੈ ਵੀ 75 ਵਰਿਆਂ ਦਾ ਬਾਪੂ 18 ਸੇਰ ਦਾ ਖੰਡਾ ਚੁੱਕ ਲੈਂਦਾ ਹੈ। ਉੱਥੇ ਸਾਹਮਣੇ ਆਇਆ ਅਮਾਨ ਖਾਂ।
तहां अमान खान हूं सरदार पाओ रुप कै, लरियो महान दीप सिंह संग भूर कुप कै। दोवें टकरा गए, सांझा वार चलिया, दोहां दे सीस लै गए। ये 30-32 वरियां दा सी जहान खां। दूजे बन्ने 75-76 वरियां दा बापू दीप सिंह। वार सांझा चलिया, सिर लै गया। एक सिख पासों बोलिया, कहंदा बाबा परण रह गया तेरा, तू ते कहंदा सी हरमंदर साहब जाके सीस देना है। ये ते हजे कुछ कोह दी दूरी ते है इथों। टाला साहब सीस लथा सी अमृतसर तो बाहर। बाबा दीप सिंह दे धड़ विच हरकत हुई है, धड़ उठिया है। खब्बे हस्त ते सीस टिक गया, सज्जे हस्त विच खंडा फड़ लिया। याद रखियो महापुरुषां दी अरदास अजाई नहीं जाती, कीती सी अरदास हरमंदर जाके सिर देना है। बापू कहंदा है गुरु ग्रंथ साहब मौत भी हार मन लैंदी है साधुआं दी अरदास दे सावें। सुनी अरदास स्वामी मेरा, सर्ब कला बन आई प्रगट भई सगले जुग अंतर। गुरु नानक की वड्याई। सर्ब कला समुची अजमत जोर ला दिंदी है खुदाया दी साधु दे अल्फाजां नूं अमली जामा पहनाउण दे लई। पठान भज उठे, उथे हाहाकार मची। जरनैलां ने घेर घेर के रोकिया, की करदे हो, दौड़दे क्यों हो? जहाद दे नारे बुलंद कीते गए, अज कोई नहीं रुकिया। सिपाही कहंदे ने जरनैलां नूं ਸਿੰਘਾਂ नाल लड़न दी तनख्वाह मिलदी है, इन्हां नूं मार भी देईदा है, धड़ नालों सिर जुदा कर देईदा है। ये बिना सिर तो ही लड़दे ने, हुण इहदा खर्चा ते तुसीं नहीं ना भरदे सानूं। दौड़ उठे अगे लग के। जय जयकार हुई बाबा दीप सिंह दी। हरमंदर साहब पहुंचे, गुरु चरनां विच सीस रखिया। बाणी नूं पुछो ऐसी अजमत वरत सकदी है सीस तली ते रख लेना? इत्थे कई तर्क करदे ने, मोया सुरजीत नहीं हो सकदा। बाणी कहंदी है कित मुख गुर सालाही है, करण कारण समर्थ। कहंदे माई गुरु इज ऑल पावरफुल, ही इज द कॉज ऑफ द कॉजेज, नथिंग इज बियॉन्ड गुरु नानक। वो चाहे ते मुरदियां विच रूह पा के सुरजीत कर सकदा है। तुसी रोज बाणी विच पढ़दे हो, मृतक को पायो तन सासा बिशरत आन मिलाया, पशु प्रेत मुग्ध भय सरोते हर नामा मुख गाया। पूरे गुर की देख वडाई ताकि कीमत कहण ना जाई। एक इंग्लिश दे टीकाकार ने अर्थ कीते ने इत्थे। वो कहंदा गुरु नानक का हे इनफ्यूजेस द ब्रेथ इनटू द डेड वंस। इत्थे तन सासा है, मन सासा नहीं। कई कहंदे मन विकारां विच मुरझाया, ज्ञान बख्शिया गुरु ने, मन हरिया परिया होया, सत संतोख दया धर्म गुण आ गए उहदे विच। इत्थे मन दी गल नहीं है, मन मरदा नहीं है, मन नूं साहां दी लोड़ नहीं है। जिस दिन तुसी मरोगे मन ने कोई होर चोला पा लेना है, जोत किधरे होर टिक जानी है। इत्थे है मृतक दे तन विच साह पाए, सुरजीत कर दिता, जिउंदा कर दिता। बाबा दीप सिंह ते ऐसी बख्शिश होई, उन्हें गुरु रामदास दे चरनां विच सीस रखिया, जकारा छड्डिया, हरमंदर साहब दी बेअदबी दा बदला लिया। अफगान हाहाकार करदे दौड़ गए। जंग खालसे ने जित्ती और शहादत दी अवधि अज दे दिन माणी उस महापुरुष ने। ताई बाणी कहंदी है जयकार कियो धर्मियों का, ओदी जय जयकार है सिर तली ते रखण वाले सूरबीर दी। कबीर जिस मरने ते जग डरै, मेरा मन आनंद, मरने ही ते पाइए पूर्ण परमा नंद। परमेश्वर दी प्राप्ति शहादत दी अवधि मानण वालियां नूं हुंदी है। एक शायर कहंदा है हम शहीदों को कभी मुर्दा नहीं कहते अनीस, रिज़्क जन्नत में मिले शान यहां पर बाकी। शहीद कदे मरदे नहीं, जन्नत जांदे ने। लोक विच भी वडियाई ते परलोक विच भी उन्हां दा अदब है। सतगुर सरणी आया बहुड़ नहीं विनाश, जेड़ा गुरु दी शरण आ गया उहदी सदा जय जयकार हुंदी है। ऐसे वो महान शहीद सन,
ਉਹਨਾਂ ਦਾ ਅਗੰਮੀ ਜੀਵਨ ਹੈ। ਦੂਸਰੇ ਵਿਸ਼ੇ ਬਾਬਤ ਵੀ ਤੁਹਾਨੂੰ ਬੇਨਤੀ ਕਰ ਦੇਵਾਂ। ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ 1920 ਦੇ ਵਿੱਚ 15 ਨਵੰਬਰ ਨੂੰ ਹੋਂਦ ਵਿੱਚ ਆਈ, 2020 15 ਨਵੰਬਰ ਨੂੰ 100 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਗੁਰਮਤਿ ਸਮਾਗਮਾਂ ਦੀ ਲੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਲਾਈ ਔਰ ਅੱਜ ਉਸ ਲੜੀ ਦੇ ਤਹਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਸ਼੍ਰੀ ਅਕਾਲ ਤਖਤ ਸਾਹਿਬ ਪੈਣੇ ਨੇ, ਉਪਰੰਤ ਦੀਵਾਨ ਹਾਲ ਮੰਜੀ ਸਾਹਿਬ ਇੱਥੇ ਸਮਾਗਮ ਚੱਲਣੇ ਨੇ। ਉਸ ਲੜੀ ਦੇ ਅਖੀਰਲੇ ਸਮਾਗਮ ਨੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ, ਗੁਰਸਿੱਖੀ ਦੇ ਫਲਸਫੇ ਨੂੰ ਸਦਾ ਕਾਇਮ ਰੱਖਣ ਦੇ ਲਈ ਵਿਗੜੇ ਤਿਗੜੇ ਆਯਾਸ਼ ਹੋ ਚੁੱਕੇ ਮਹੰਤਾਂ ਨੂੰ ਗੁਰਧਾਮਾਂ ਚੋਂ ਕੱਢਣ ਦੇ ਲਈ ਸਿੱਖ ਜਗਤ ਨੇ ਇੱਕ ਲਹਿਰ ਪ੍ਰਗਟ ਕੀਤੀ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਦੇ ਲਈ, ਜਿਹਦੇ ਦਰਮਿਆਨ ਸੈਂਕੜੇ ਸ਼ਹੀਦੀਆਂ ਹੋਈਆਂ, ਚਾਹੇ ਉਹ ਪੌਂਟਾ ਸਾਹਿਬ ਹੈ, ਚਾਹੇ ਉਹ ਨਨਕਾਣਾ ਸਾਹਿਬ ਹੈ, ਚਾਹੇ ਉਹ ਤਰਨਤਾਰਨ ਸਾਹਿਬ ਗੋਲੀ ਚੱਲੀ ਸੀ। ਸਭ ਸੁਖਾਲੀ ਉਠੀਆਂ ਇਹੋ ਹੋਆ ਹਲੇਮੀ ਰਾਜਿਓ, ਖਾਲਸਾ ਹਲੇਮੀ ਰਾਜ ਕਰਦਾ ਹੈ, ਸਾਰਿਆਂ ਦੇ ਨਾਲ ਪ੍ਰੇਮ ਕਰਦਾ ਹੈ, ਵਿਦਕਰਾ ਨਹੀਂ ਕਰਦਾ। ਪਰ ਸਿੱਖਾਂ ਦੇ ਉੱਤੇ ਸਭਨਾਂ ਨੇ ਬੜੇ ਜ਼ੁਲਮ ਕੀਤੇ। ਆਪਣੇ ਗੁਰਧਾਮਾਂ ਦੀ ਸੇਵਾ ਹੱਥੀਂ ਕਰਨ ਦੇ ਲਈ ਵੀ ਕੁਰਬਾਨੀਆਂ ਦੇਣੀਆਂ ਪਈਆਂ। ਸੁੰਦਰ ਤੋਂ ਸੁੰਦਰ ਅਸਥਾਨ ਸਿੱਖ ਜਗਤ ਨੇ ਬਣਾਏ, ਮਹਾਰਾਜਾ ਰਣਜੀਤ ਸਿੰਘ ਨੇ ਬਣਾਏ, ਪ੍ਰਾਪਰਟੀ ਕਰੋੜਾਂ ਦੀ ਗੁਰਧਾਮਾਂ ਦੇ ਨਾਲ ਲਵਾਈ ਸੀ। ਮਹੰਤ ਇਸ ਆਮਦਨੀ ਨੂੰ ਖਾ ਖਾ ਕੇ ਵਿਗੜ ਤਿਗੜ ਗਏ, ਅਯਾਸ਼ ਹੋਏ, ਸ਼ਰਾਬ ਪੀਣ ਲੱਗੇ। ਸਾਰੇ ਨਹੀਂ, ਉਦਾਸੀਨ ਮਹਾਂਪੁਰਸ਼ਾਂ ਚੋਂ ਕੋਈ ਗਿਣੇ ਚੁਣੇ ਲੋਕ ਸਨ। ਫਿਰ ਇਹਨਾਂ ਲਹਿਰਾਂ ਦਾ ਆਗਾਜ਼ ਹੋਇਆ। ਉੱਚੇ ਸੁੱਚੇ ਦਰਬਾਰ ਦੀ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸੁਧਾਰਕ ਲਹਿਰ ਦੇ ਸਮੇਂ ਹੋਂਦ ਵਿੱਚ ਆਈ। ਸ਼ਹੀਦਾਂ ਦੀ ਜਥੇਬੰਦੀ ਹੈ, ਠੀਕ ਹੈ। ਤੁਹਾਨੂੰ ਕਿਸੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਾਲ ਮਨਮੁਟਾਵ ਹੋ ਸਕਦਾ ਹੈ, ਤੁਹਾਡੇ ਵਿਚਾਰ ਨਹੀਂ ਰਲਦੇ, ਤੁਸੀਂ ਹੋਰ ਮੈਂਬਰ ਚੁਣ ਸਕਦੇ ਹੋ, ਵੋਟਾਂ ਦਾ ਤੁਹਾਨੂੰ ਹੱਕ ਹੈ। ਪਰ ਮੈਂ ਬੇਨਤੀ ਕਰਦਾ ਹੁੰਨਾ, ਇਹ ਕਿਸੇ ਦੀ ਪਰਸਨਲ ਜਗੀਰ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਵੱਡੇ ਵਡੇਰਿਆਂ ਨੇ ਸਿਰ ਤਲੀ ਤੇ ਰੱਖ ਕੇ ਸ਼ਹਾਦਤਾਂ ਦੀ ਅਵਧੀ ਮਾਣ ਕੇ ਗੁਰਧਾਮਾਂ ਦੀ ਸੇਵਾ ਲਈ ਹੈ। ਇਹ ਸ਼ਹੀਦਾਂ ਦੀ ਜਥੇਬੰਦੀ ਹੈ, ਇਹਦਾ ਅਦਬ ਕਰਿਆ ਕਰੋ ਔਰ ਇਹ ਜ਼ਿਹਨ ਵਿੱਚ ਟਿਕਾ ਲਵੋ। ਜਿਤਨੀਆਂ ਵੀ ਦੁਨੀਆ ਅੰਦਰ ਸੰਸਥਾਵਾਂ ਨੇ, ਇਨਸਾਨ ਹੀ ਚਲਾਉਂਦੇ ਨੇ ਤੇ ਇਨਸਾਨ ਕੋਈ ਵੀ ਨਹੀਂ ਪੂਰਾ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇੱਕ ਗੁਰੂ ਪਰਮੇਸ਼ਰ ਨਹੀਂ ਭੁੱਲਦੇ, ਬੰਦਾ ਹਰ ਇੱਕ ਗਲਤੀ ਕਰਦਾ ਹੈ ਔਰ ਹਰ ਸੰਸਥਾ ਦੇ ਵਿੱਚ ਕੋਈ ਨਾ ਕੋਈ ਖਾਮੀ ਜ਼ਰੂਰ ਹੁੰਦੀ ਹੈ, ਪੂਰਾ ਕੋਈ ਨਹੀਂ ਹੈ। ਪਰ ਉਹਨਾਂ ਖਾਮੀਆਂ ਨੂੰ ਮੀਡੀਏ ਵਿੱਚ ਉਛਾਲਣ ਨਾਲੋਂ ਚੰਗਾ ਹੈ ਇਕੱਠੇ ਹੋ ਕੇ ਬਈਏ ਹੋਏ ਇਕੱਤਰ, ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ। ਬੈਠ ਕੇ ਹੀ ਹਰ ਮੁਸ਼ਕਿਲ ਦਾ ਹੱਲ ਨਿਕਲਦਾ ਹੈ। ਜਿਹੜੀ ਵੀ ਸੰਪਰਦਾਇ ਸੰਸਥਾ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਦਮਦਮੀ ਟਕਸਾਲ, ਨਿਹੰਗ ਸਿੰਘ, ਸੇਵਾ ਪੰਥੀ, ਉਦਾਸੀ, ਨਿਰਮਲੇ, ਕਾਰ ਸੇਵਾ ਵਾਲੇ, ਨਾਨਕਸਰ, ਰਾੜਾ ਸਾਹਿਬ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਨੇ, ਖੰਡੇ ਦੀ ਪੌਲ ਬਰਸਾਉਂਦੇ ਨੇ, ਉਹਨਾਂ ਦਾ ਸਾਥ ਦਿਓ। ਦੇਹ ਧਾਰੀਆਂ ਤੋਂ ਅਸੀਂ ਦੂਰ ਰਹਿਣਾ, ਕਿਉਂਕਿ ਸਾਡਾ ਮੁਰਸ਼ਦ ਕੌਣ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜੇ ਅਵਰ ਨਾ ਕੋਏ, ਪੋਥੀ ਪਰਮੇਸ਼ਰ ਕਾ ਥਾਨ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਇਹ ਦੋ ਪੰਕਤੀਆਂ ਪੜ੍ਹੀਏ ਤੇ ਫਤਿਹ ਗਜਾਈਏ ਜੀ। ਸਫਲ ਸਫਲ ਭਈ ਸਫਲ ਜਾਤਰਾ, ਆਵਣ ਜਾਣ ਰਹੇ, ਮਿਲੇ ਸਾਦਾ ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ